लेखे दूर जिनी नाम ध्याया, गए मशक्कत खाल, नानक दे मुख उजले, केती छुटी नाल। वाहिगुरु जी का खालसा, वाहिगुरु जी की फतेह। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ, ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ ਨਿਤ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਹਰ ਗੋਬਿੰਦ ਸ਼ੁਭ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਓ, ਤੇਗ ਬਹਾਦਰ ਪਰਮ, ਸਤਿਗੁਰ ਪਰਮ, ਸ਼੍ਰੀ ਗੁਰੂ ਗੋਬਿੰਦ ਸਿੰਘ। ਤਰੋ ਤਰਾ ਪਰ ਪੁੰਨ, ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋ ਬਾਰ, ਬਾਰ ਜਗਦੀਸਾ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਚੋਪਈ ਬਖਸ਼ਿਓ ਇਸ ਪ੍ਰਕਾਰ ਤਿਸ ਤਾਈ ਆਗੇ ਕੀਨੋ ਗਮਨ ਗੁਸਾਈ ਖੁਰ ਮੈਂ ਪੁਰ ਮੈਂ ਪਹੁੰਚੇ ਜਾਏ ਸਹਿਜਾਦੇ ਸੋ ਗਿਰਾ ਅਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆਹ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਸਾਹਿਬ ਜੀ ਦੇ ਦਰਸ਼ਨ ਪਰਸ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਪਹਿਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਕਥਾ ਸਰਵਣ ਕਰਨ ਨਾਲ ਗੁਰੂ ਪਾਤਸ਼ਾਹ ਪ੍ਰਤੀ ਹਿਰਦੇ 'ਚ ਪ੍ਰੇਮ ਭਾਵਨਾ ਸਤਕਾਰ ਜਾਗਦਾ ਹੈ ਔਰ ਜਿੱਥੇ ਪ੍ਰੇਮ ਹੋਵੇ ਉੱਥੇ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਦੀ ਝਲਕ ਨਜ਼ਰ ਆਉਂਦੀ ਹੈ। ਸਤਿਗੁਰਾਂ ਦੀ ਕਥਾ ਗੁਰਸਿੱਖ ਦੇ ਹਿਰਦੇ 'ਚ ਪ੍ਰੇਮ ਭਾਵ ਜਗਾਉਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਇਹ ਮਰਿਆਦਾ ਚੱਲਦੀ ਆ ਰਹੀ ਹੈ ਕਿ ਸੰਧਿਆ ਸਮੇਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਹੁੰਦੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਸਜਾਦੇ ਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਮੁਲਤਾਨ ਦੇ ਇਲਾਕੇ 'ਚ ਤੁਲੰਬੇ ਨਗਰ ਆਏ ਹਨ, ਜਿੱਥੇ ਸੱਜਣ ਨਾਮ ਦਾ ਵੰਚਕ ਰਹਿੰਦਾ, ਠੱਗ ਰਹਿੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਠੱਗਦਾ, ਕਤਲ ਕਰਦਾ। ਭਾਈ ਸਜਾਦਾ ਜੀ ਇਹਦੇ ਕੋਲ ਜਦੋਂ ਗਏ, ਇਹਦਿਆਂ ਨੌਕਰਾਂ ਨੇ ਭਾਈ ਸਜਾਦੇ ਨੂੰ ਬੰਨ੍ਹ ਲਿਆ ਹੈ। ਸਤਿਗੁਰਾਂ ਦੇ ਚਰਨਾਂ ਦੀ ਆਰਾਧਨਾ ਕੀਤੀ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕ ਭਾਈ ਸਜਾਦੇ ਨੂੰ ਰੱਖਣ ਵਾਸਤੇ ਸੱਜਣ ਦੇ ਘਰ ਪਹੁੰਚੇ ਨੇ। ਭਾਈ ਸਜਾਦੇ ਨੂੰ ਉੱਥੋਂ ਮੁਕਤ ਕਰਵਾਇਆ ਹੈ। ਸੱਜਣ ਦੀ ਕਰਤੂਤ ਜਦੋਂ ਪ੍ਰਗਟ ਹੋਈ ਤਾਂ ਸ਼ਰਮਿੰਦਾ ਹੋ ਕੇ ਸਿਰ ਨੀਵਾਂ ਕਰਕੇ ਸਾਹਿਬ ਦੇ ਚਰਨਾਂ 'ਚ ਬੈਠਾ ਹੈ। ਗਰੀਬ ਨਵਾਜ ਜੀ ਨੇ ਇਹਨੂੰ ਉਪਦੇਸ਼ ਦੇਣ ਵਾਸਤੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ 'ਚ ਉਚਾਰਨ ਕੀਤਾ। ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਣ ਤਿਸ। ਇਹ ਸ਼ਬਦ ਉਚਾਰਨ ਕਰਕੇ ਇਹਦੇ ਅੰਤਸ਼ਕਰਨ ਦੀ ਸ਼ੁੱਧੀ ਕੀਤੀ ਹੈ। ਸੱਜਣ ਨੇ ਪਿਛਲੇ ਗੁਨਾਹਾਂ ਦੀ ਮਾਫੀ ਮੰਗੀ ਹੈ। ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ, ਮਹਾਰਾਜ ਮੈਨੂੰ ਆਪਣਾ ਉਪਦੇਸ਼ ਬਖਸ਼ੋ, ਆਪਣਾ ਸਿੱਖ ਬਣਾਓ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਤੂੰ ਭਾਈ ਸਜਾਦੇ ਦਾ ਗੁਨਹਗਾਰ ਹੈ, ਇਹਦੇ ਚਰਨਾਂ ਤੇ ਨਮਸਕਾਰ ਕਰ ਜਿਹਨੂੰ ਤੂੰ ਬੰਨਿਆ ਸੀ। ਭਾਈ ਸੱਜਣ ਨੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਕੇ ਭਾਈ ਸਜਾਦੇ ਨੂੰ ਵੀ ਨਮਸਕਾਰ ਕੀਤੀ ਔਰ ਪਾਤਸ਼ਾਹ ਦੇ ਚਰਨਾਂ 'ਚੋਂ ਨਾਮ ਜਪਣ ਦਾ ਉਪਦੇਸ਼ ਪ੍ਰਾਪਤ ਕਰਕੇ ਗੁਰਸਿੱਖੀ ਦੀ ਮਹਾਨ ਤੇ ਉੱਚ ਪਦਵੀ ਨੂੰ ਭਾਈ ਸੱਜਣ ਜੀ ਪ੍ਰਾਪਤ ਹੋਏ। ਸਾਰੇ ਪਿਛਲੇ ਗੁਨਾਹ ਤੇ ਔਗਣਾਂ ਦਾ ਤਿਆਗ ਕਰਕੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਭਾਈ ਸੱਜਣ ਜੀ ਚੱਲ ਪਏ ਹਨ। ਇਹਦਾ ਪਾਰ ਉਤਾਰਾ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇੱਥੋਂ ਅੱਗੇ ਚੱਲੇ ਨੇ। ਅਫਗਾਨਿਸਤਾਨ ਵਿੱਚ ਜਿੱਥੇ ਭਾਈ ਮਰਦਾਨਾ ਜੀ ਨੇ ਖੁਰਮ ਦਰਿਆ ਦੇ ਕਿਨਾਰੇ ਤੇ ਖੁਰਮੇ ਨਗਰ ਦੇ ਵਿੱਚ ਆਪਣਾ ਸਰੀਰ ਤਿਆਗਿਆ ਸੀ, ਉਸ ਨਗਰ ਵਿੱਚ ਭਾਈ ਮਰਦਾਨੇ ਦੇ ਪੁੱਤਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਪਹੁੰਚ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦੇਨ ਦੁਨੀਆ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ
ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪ ਦੀ ਰਸਨਾ ਦੀ ਪਵਿੱਤਰਤਾ ਲਈ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਖਸ਼ਿਓ ਇਸ ਪ੍ਰਕਾਰ ਤਿਸ ਤਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨੂੰ ਬਖਸ਼ ਲਿਆ। ਭਾਈ ਸੱਜਣ ਠੱਗ ਨੂੰ ਮਹਾਰਾਜ ਜੀ ਨੇ ਵਾਕਈ ਸੱਜਣ ਬਣਾ ਦਿੱਤਾ। ਆਗੇ ਕੀਨੋ ਗਮਨ ਗੁਸਾਈ। ਸੱਜਣ ਦਾ ਪਾਰ ਉਤਾਰਾ ਕਰਕੇ ਤੁਲੰਬੇ ਨਗਰ ਤੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਵਧੇ ਹਨ। ਹੁਰ ਮੈਂ ਪੁਰ ਮੈਂ ਪਹੁੰਚੇ ਜਾਈ। ਕੁਰਮੇਪੁਰ ਨਗਰ ਯਾਨੀ ਕਿ ਕੁਰਮ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ। ਸਹਿਜਾਦੇ ਸੋ ਗਿਰਾ ਅਲਾਈ। ਜਦੋਂ ਕੁਰਮ ਨਗਰ ਵਿੱਚ ਪਹੁੰਚੇ ਤੇ ਭਾਈ ਮਰਦਾਨਾ ਜੀ ਦੇ ਸੁਪੁੱਤਰ ਭਾਈ ਸਜਾਦੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਗਰ ਮਹਾਨ ਰੁਚਰੇ ਸਥਾਨਾ। ਮਹਾਰਾਜ ਜੀ ਕਹਿੰਦੇ ਬੜਾ ਵਿਸ਼ਾਲ ਤੇ ਵੱਡਾ ਨਗਰ ਹੈ ਬੇਟਾ ਸਜਾਦਾ, ਔਰ ਇਹ ਵਿਸ਼ਾਲ ਨਗਰ ਹੈ, ਰਮਣੀਕ ਅਸਥਾਨ ਹੈ। ਕੀਨੋ ਦਾਉ ਇਹਾਂ ਮਰਦਾਨਾ। ਮਹਾਰਾਜ ਜੀ ਨੇ ਉਹ ਜਗ੍ਹਾ ਵਿਖਾਈ ਜਿੱਥੇ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਸੀ। ਮਹਾਰਾਜ ਜੀ ਕਹਿੰਦੇ ਸਜਾਦਿਆ ਆਹ ਜਗ੍ਹਾ ਹੈ ਜਿੱਥੇ ਤੇਰੇ ਪਿਤਾ ਸਾਡੇ ਸੇਵਕ ਭਾਈ ਮਰਦਾਨਾ ਜੀ ਦੇ ਪੰਜ ਭੌਤਿਕ ਸਰੀਰ ਦਾ ਅਸੀਂ ਅੰਤਮ ਸੰਸਕਾਰ ਕੀਤਾ ਹੈ। ਸੁਨ ਕੈ ਸ਼੍ਰੋਨ ਦੇਖ ਥਲ ਤਾਈ। ਭਾਈ ਸਜਾਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਔਰ ਉਸ ਜਗ੍ਹਾ ਦੇ ਦਰਸ਼ਨ ਕੀਤੇ। ਬੰਧਨ ਕੀਨੀ ਸੀਸ ਝੁਕਾਈ। ਉਸ ਜਗ੍ਹਾ ਤੇ ਭਾਈ ਮਰਦਾਨੇ ਦਾ ਯਾਨੀ ਕਿ ਆਪਣੇ ਪਿਤਾ ਦਾ ਧਿਆਨ ਧਾਰਨ ਕਰਕੇ ਭਾਈ ਸਜਾਦੇ ਨੇ ਨਮਸਕਾਰ ਕੀਤੀ ਹੈ। ਗੁਰ ਕਹੇ ਬਚਨ ਹਮਾਰਾ ਮਾਨੋ। ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਸਜਾਦੇ ਨੂੰ। ਸਤਿਗੁਰਾਂ ਕਹਿਣ ਲੱਗੇ ਸਜਾਦਾ ਜੀ ਸਾਡਾ ਬਚਨ ਹੁਣ ਤੁਸੀਂ ਪਾਲਣਾ ਕਰੋ। ਏ ਤਲ ਰਹੋ ਕੁਟੰਬ ਨਿਜਿਆਨੋ। ਇੱਥੇ ਭਾਈ ਮਰਦਾਨਾ ਜੀ ਦੀ ਯਾਦਗਾਰ ਕਾਇਮ ਕਰੋ ਕਿਉਂਕਿ ਇੱਥੇ ਉਹਨਾਂ ਨੇ ਸਰੀਰ ਤਿਆਗਿਆ, ਸੰਸਕਾਰ ਉਹਨਾਂ ਦਾ ਇੱਥੇ ਹੋਇਆ। ਉਹਨਾਂ ਦਾ ਅੰਗੀਠਾ ਬਣਾਓ ਇੱਥੇ ਤੇ ਉਹਨਾਂ ਦੀ ਯਾਦਗਾਰ ਕਾਇਮ ਕਰੋ। ਖਾਲਸਾ ਜੀ ਪੁਰਾਤਨ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਗੁਰੂ ਸਾਹਿਬ ਜੀ ਦੇ ਸੇਵਕਾਂ ਦੇ ਕਈ ਥਾਵਾਂ ਤੇ ਅੰਗੀਠੇ ਹਨ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਟਲ ਰਾਏ ਸਾਹਿਬ ਜੀ ਦਾ ਅੰਗੀਠਾ ਹੈ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਉੱਥੇ ਅੱਜ ਸੁੰਦਰ ਮਹਾਰਾਜ ਜੀ ਦਾ ਦਰਬਾਰ, ਉੱਥੇ ਪ੍ਰਕਾਸ਼ ਹੁੰਦਾ ਅੰਮ੍ਰਿਤਸਰ ਸਾਹਿਬ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਅੰਗੀਠਾ ਕੀਰਤਪੁਰ ਸਾਹਿਬ ਦੀ ਧਰਤੀ ਤੇ। ਇਸੇ ਤਰ੍ਹਾਂ ਬਹੁਤ ਸਾਰੇ ਮਹਾਂਪੁਰਸ਼ਾਂ ਦਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ। ਤੋ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੀ ਯਾਦ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕਰਨ ਦਾ ਹੁਕਮ ਕੀਤਾ ਹੈ ਕਿ ਉਹਨਾਂ ਦਾ ਇੱਥੇ ਅੰਗੀਠਾ ਬਣਾ ਕੇ ਅਸਥਾਨ ਯਾਦਗਾਰ ਕਾਇਮ ਕਰਕੇ ਭਾਈ ਸਜਾਦਾ ਜੀ ਤੁਸੀਂ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਇੱਥੇ ਆ ਕੇ ਨਿਵਾਸ ਕਰੋ, ਰਹਿਣਾ ਕਰੋ। ਮਰਦਾਨੇ ਕੇ ਸਮ ਤੂ ਹੋਏ। ਜਿਵੇਂ ਤੁਹਾਡੇ ਪਿਤਾ ਜੀ ਭਾਈ ਮਰਦਾਨਾ ਜੀ ਦੀ ਪੂਜਾ ਸੀ, ਉਹਨਾਂ ਦਾ ਸਨਮਾਨ ਸੀ ਪੰਥ ਵਿੱਚ, ਇਸੇ ਤਰ੍ਹਾਂ ਭਾਈ ਸਜਾਦਾ ਜੀ ਤੁਸੀਂ ਆਪਣੇ ਪਿਤਾ ਦੇ ਮਨਿੰਦੀ ਸੰਸਾਰ 'ਚ ਪ੍ਰਗਟ ਹੋਵੋਗੇ। ਪੂਜੇ ਪਗ ਸਗਰੋ ਪੁਰ ਜੋਏ। ਇਹ ਕੁਰਮ ਨਗਰ ਜਿੰਨਾ ਵੀ ਹੈ ਇਹ ਸਾਰੇ ਤੁਹਾਡੀ ਪੂਜਾ ਕਰਨਗੇ, ਇਹ ਸਾਰੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਕਰਨਗੇ, ਤੁਹਾਡੀ ਸੇਵਾ ਟਹਿਲ ਕਰਿਆ ਕਰਨਗੇ। ਤੁਹਾਨੂੰ ਇੱਥੇ ਕਿਸੇ ਵਸਤੂ ਦੀ ਕਮੀ ਨਹੀਂ ਹੋਵੇਗੀ। ਮਹਾਰਾਜ ਜੀ ਕਹਿੰਦੇ ਇੱਥੇ ਜਦੋਂ ਰਹੋਗੇ, ਭਾਈ ਮਰਦਾਨੇ ਦਾ ਸਥਾਨ ਹੈ, ਇੱਥੇ ਆਪੇ ਹੀ ਸੰਗਤਾਂ ਵੱਲੋਂ ਚੜਾਵੇ ਆਉਣਗੇ, ਇੱਥੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ। ਦੋਹਰਾ ਸਹਿਜਾਦੇ ਕਰ ਬੰਦ ਕੈ ਪੁਨ ਬੂਝੇ ਜਗਤੀਸ਼। ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਸਜਾਦੇ ਨੇ ਹੱਥ ਜੋੜੇ। ਹੱਥ ਜੋੜ ਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਹਮਰੋ ਕੋ ਅਵਿਲੰਬ ਹੋਵੇ ਤੁਮ ਗਵਨੋ ਪਰਦੇਸ਼। ਭਾਈ ਸਜਾਦੇ ਦੇ ਨੇਤਰ ਸਜਲ ਸਨ ਆਪਣੇ ਪਿਤਾ ਦੇ ਵਿਛੋੜੇ ਵਿੱਚ। ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਇਸ ਲੰਮੇ ਦੂਰ ਨਗਰ ਵਿੱਚ ਲਿਆ ਕੇ ਤੁਸੀਂ ਪਰਦੇਸ 'ਚ ਸਾਨੂੰ ਬਿਠਾਉਣ ਲੱਗੇ ਹੋ, ਆਪ ਤੁਸੀਂ ਜਾ ਰਹੇ ਹੋ, ਅਸੀਂ ਇੱਥੇ ਕਿਹਦੇ ਆਸਰੇ ਰਹਾਂਗੇ। ਮਹਾਰਾਜ
ਸਾਨੂੰ ਇੱਥੇ ਕਿਹਦਾ ਅਵਲੰਬ ਕਿਹਦਾ ਆਸਰਾ ਹੋਵੇਗਾ। ਚੌਪਈ ਸ਼੍ਰੀ ਗੁਰ ਪੰਨਿਓ ਨਿਕੇਤ ਤੁਮਾਰੇ। ਮਹਾਰਾਜ ਜੀ ਕਹਿਣ ਲੱਗੇ ਭਾਈ ਸਜਾਦਾ ਜੀ ਤੁਹਾਡੇ ਘਰ ਵਿੱਚ ਸਰਬ ਪਦਾਰਥ ਹੋਏ ਸੁਖਾਰੇ। ਕਿਸੇ ਵੀ ਵਸਤੂ ਦੀ ਕਮੀ ਨਹੀਂ ਹੋਵੇਗੀ, ਸਾਰੇ ਪਦਾਰਥ ਤੁਹਾਡੇ ਘਰ 'ਚ ਹੋਣਗੇ। ਮਹਾਰਾਜ ਜੀ ਕਹਿੰਦੇ ਭਾਈ ਸਜਾਦਾ ਜੀ ਇਹ ਮਰਦਾਨੇ ਦਾ ਘਰ ਹੈ, ਇੱਥੇ ਕੋਈ ਕਮੀ ਨਹੀਂ ਰਹੇਗੀ। ਇੱਥੇ ਤੁਹਾਡੇ ਘਰ 'ਚ ਸਰਬ ਪ੍ਰਕਾਰ ਦੇ ਪਦਾਰਥ ਹੋਣਗੇ, ਸੁੱਖ ਹੋਣਗੇ। ਬੰਸ ਬ੍ਰਿਧ ਹੋਵੇ ਗੋ ਤੁਮਰਾ। ਔਰ ਤੁਹਾਡਾ ਬੰਸ ਬਹੁਤ ਵਧੇਗਾ, ਤੁਹਾਡੇ ਬੰਸ ਵਿੱਚ ਬਹੁਤ ਜ਼ਿਆਦਾ ਫੈਲਾਅ ਹੋਵੇਗਾ। ਮਾਨੋ ਸਾਚ ਬਚਨ ਇਉ ਹਮਰਾ। ਸਾਡਾ ਬਚਨ ਤੁਸੀਂ ਸੱਚ ਕਰਕੇ ਮੰਨ ਲਓ, ਹਿਰਦੇ 'ਚ ਧਾਰਨ ਕਰ ਲਓ। ਚਿੰਤ ਕਰੋ ਜਬ ਹੀ ਮਨ ਮਾਈ। ਜਦੋਂ ਤੁਸੀਂ ਆਪਣੇ ਹਿਰਦੇ ਵਿੱਚ ਸਾਨੂੰ ਚੇਤੇ ਕਰੋਗੇ, ਆਵੇਂ ਨਿਕਟ ਦੇਰ ਕੁਛ ਨਾਈ। ਅਸੀਂ ਤੁਹਾਡੇ ਕੋਲ ਹੀ ਹੋਵਾਂਗੇ। ਤੁਸੀਂ ਜੋ ਆਪਣੇ ਮਨ 'ਚ ਫੁਰਨਾ ਕਰੋਗੇ ਨਾ ਵੀ ਆਹ ਚੀਜ਼ ਮਿਲ ਜੇ, ਭਾਈ ਸਜਾਦਾ ਜੀ ਫੁਰਨਾ ਕਰਨ ਦੀ ਦੇਰੀ ਹੋਵੇਗੀ, ਉਹ ਵਸਤੂ ਤੁਹਾਡੇ ਦਰਵਾਜ਼ੇ ਤੇ ਪਹਿਲਾਂ ਪਹੁੰਚੀ ਹੋਵੇਗੀ। ਤੁਸੀਂ ਜੋ ਚਿੱਤ ਵਿੱਚ ਚਿਤਵੋਗੇ ਉਹ ਤੁਹਾਡੇ ਕੋਲ ਪਹਿਲਾਂ ਹੀ ਹਾਜ਼ਰ ਹੋ ਜਾਵੇਗਾ। ਇਸ ਬਿਦ ਕਰੋ ਸਤ ਪ੍ਰਤੀਤਾ। ਸਾਡੇ ਕਹੇ ਹੋਏ ਨਾ ਬਚਨਾਂ ਤੇ ਸਤ ਕਰਕੇ ਪ੍ਰਤੀਤ ਕਰ ਲਵੋ, ਭਰੋਸਾ ਕਰ ਲਵੋ। ਡੋਲੋ ਨਹੀਂ ਰਾਖ ਥਿਰ ਚੀਤਾ। ਔਰ ਮਨ ਡਾਵਾਂ ਡੋਲ ਨਹੀਂ ਕਰਨਾ, ਆਪਣੇ ਚਿੱਤ ਨੂੰ ਅਡੋਲ ਕਰਕੇ ਰੱਖਣਾ ਹੈ। ਸਹਿਜਾ ਦੇ ਤਬ ਜੋਰੇ ਹਾਥਾ। ਸਤਿਗੁਰੂ ਜੀ ਦੇ ਬਚਨ ਭਾਈ ਸਜਾਦੇ ਨੇ ਸੁਣੇ ਤੇ ਹੱਥ ਜੋੜੇ। ਕਹੇ ਪ੍ਰਤੀਤ ਮੁਝੇ ਪ੍ਰਭ ਨਾਥਾ। हे ਜਗਤਨਾਥ, हे ਪ੍ਰਭੂਨਾਥ, ਆਪ ਜੀ ਦੇ ਕਹੇ ਹੋਏ ਹਰ ਇੱਕ ਵਾਕ ਦੇ ਉੱਤੇ ਮੈਨੂੰ ਭਰੋਸਾ ਹੈ। ਤੁਹਾਡੇ ਇੱਕ ਇੱਕ ਬਚਨ ਦੇ ਉੱਤੇ ਮੈਨੂੰ ਪ੍ਰਤੀਤ ਹੈ, ਦ੍ਰਿੜ ਪ੍ਰਤੀਤ ਹੈ। ਤਬ ਸ਼੍ਰੀ ਗੁਰ ਮੰਜੀ ਤੈ ਦੀਨੀ। ਖਾਲਸਾ ਜੀ ਭਾਈ ਸਜਾਦਾ ਜੀ ਨੂੰ ਸਤਿਗੁਰਾਂ ਨੇ ਉਸ ਇਲਾਕੇ ਦੀ ਮੰਜੀ ਦਿੱਤੀ ਹੈ। ਇਹ ਮੰਜੀ ਦਾ ਕੀ ਮਤਲਬ ਹੁੰਦਾ ਸੀ? ਮੰਜੀ ਦਾ ਮਤਲਬ ਹੁੰਦਾ ਸੀ ਪ੍ਰਚਾਰਕ ਦੀ ਮੰਜੀ ਥਾਪਣੀ, ਪ੍ਰਚਾਰਕ ਬਣਾਉਣਾ। ਉਸ ਇਲਾਕੇ ਦਾ, ਅਫਗਾਨਿਸਤਾਨ ਦੇ ਇਲਾਕੇ ਦਾ ਪ੍ਰਚਾਰਕ ਤੇ ਮੰਜੀ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਦਿੱਤੀ। ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਦਿੱਤੀਆਂ, ਪਰ ਗੁਰੂ ਨਾਨਕ ਸਾਹਿਬ ਨੇ ਵੀ ਮੰਜੀਆਂ ਬਖਸ਼ੀਆਂ। ਜਦੋਂ ਮਹਾਰਾਜ ਜੀ ਪਟਨਾ ਸਾਹਿਬ ਗਏ ਨੇ, ਉੱਥੇ ਭਾਈ ਸਾਲਸਰਾਏ ਦੇ ਨੌਕਰ ਨੂੰ ਮਹਾਰਾਜ ਜੀ ਨੇ ਪਹਿਲਾਂ ਮੰਜੀ ਬਖਸ਼ੀ ਹੈ। ਜਿੱਥੇ ਜਿੱਥੇ ਗਏ ਉੱਥੇ ਆਪਣੇ ਪ੍ਰਚਾਰਕ ਥਾਪੇ ਹਨ। ਸੱਜਣ ਠੱਗ ਨੂੰ ਵੀ ਪਾਤਸ਼ਾਹ ਨੇ ਸੱਜਣ ਬਣਾ ਕੇ ਉਹਨੂੰ ਵੀ ਮੁਲਤਾਨ ਦੇ ਇਲਾਕੇ ਦੇ ਪ੍ਰਚਾਰਕ ਦੀ ਮੰਜੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇੱਥੇ ਵੀ ਅੱਜ ਸਤਿਗੁਰਾਂ ਨੇ ਭਾਈ ਸਜਾਦੇ ਨੂੰ ਅਫਗਾਨਿਸਤਾਨ ਦੇ ਇਲਾਕੇ ਵਿੱਚ ਕੁਰਮ ਦਰਿਆ ਦਾ ਜਿੱਥੇ ਕਿਨਾਰੇ ਤੇ ਭਾਈ ਸਾਹਿਬ ਦਾ ਸਥਾਨ ਹੈ, ਭਾਈ ਮਰਦਾਨਾ ਜੀ ਦਾ, ਉਸ ਸਾਰੇ ਇਲਾਕੇ ਦਾ ਪ੍ਰਚਾਰਕ ਮੁਕਰਰ ਕੀਤਾ ਹੈ। ਮੰਜੀ ਜਿਹੜੀ ਹੈ ਉਹ ਭਾਈ ਸਜਾਦੇ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ੀ। ਮੰਜੀ ਤੇ ਗੁਰਤਾ 'ਚ ਫਰਕ ਹੈ। ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ। ਮੰਜੀ ਮਤਲਬ ਪ੍ਰਚਾਰਕ ਥਾਪਣਾ। ਹੁਣ ਤਾਂ ਖਾਲਸਾ ਜੀ ਜਿਹੜਾ ਕੋਈ 2-4 ਕਿਤਾਬਾਂ ਪੜ੍ਹ ਲਵੇ ਉਹੀ ਪ੍ਰਚਾਰ ਕਰਨ ਲੱਗ ਪੈਂਦਾ ਹੈ। ਮਰਿਆਦਾ ਹੁੰਦੀ ਸੀ ਪਹਿਲਾਂ ਕਿ ਪਹਿਲਾਂ ਪ੍ਰਚਾਰਕ ਘੜੇ ਜਾਂਦੇ ਸਨ ਸੰਪਰਦਾਵਾਂ ਵਿੱਚ, ਉਹਨਾਂ ਨੂੰ ਗੁਰਮਤਿ ਦੀ ਗੁੜਤੀ ਦਿੱਤੀ ਜਾਂਦੀ, ਗੁਰਸਿੱਖੀ ਦੀ ਰਹਿਣੀ ਬਹਿਣੀ ਸਹਿਣੀ ਸਿਖਾਈ ਜਾਂਦੀ, ਗੁਰਬਾਣੀ ਪੜ੍ਹਾਈ ਜਾਂਦੀ, ਗੁਰਮਤਿ ਦੇ ਗ੍ਰੰਥ ਪੜ੍ਹਾਏ ਜਾਂਦੇ। ਜਦੋਂ ਪੂਰਨ ਤੌਰ ਤੇ ਉਹ ਵਿਦਿਆ 'ਚ ਨਿਪੁੰਨ ਹੋ ਕੇ ਗੁਰਸਿੱਖੀ ਦੇ ਜੀਵਨ 'ਚ ਢਲ ਜਾਂਦਾ, ਫਿਰ ਉਹਨੂੰ ਪ੍ਰਚਾਰਕ ਦੀ ਦਸਤਾਰ ਦੇ ਕੇ ਪ੍ਰਚਾਰ ਕਰਨ ਦੀ ਆਗਿਆ ਹੁੰਦੀ ਸੀ। ਹੁਣ ਅੱਜ ਕੱਲ੍ਹ ਤਾਂ ਭਾਈ ਸਾਲ 2 ਸਾਲ ਦਾ ਕੋਈ ਲੈਕਚਰ ਪੜ੍ਹ ਕੇ ਵੀ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਲੱਗ ਪੈਂਦੇ ਐ। ਗੁਰੂ ਸਾਹਿਬ ਜੀ ਦੇ ਸਮੇਂ ਪ੍ਰਚਾਰਕ ਦੀ ਬੜੀ ਉੱਚੀ ਅਵਸਥਾ ਹੁੰਦੀ ਸੀ। ਜਿਹੜਾ ਸਤਿਗੁਰਾਂ ਦੀ ਕਸਵੱਟੀ ਤੇ ਪੂਰਾ ਖਰਾ ਉਤਰਦਾ, ਮਹਾਰਾਜ ਜੀ ਦੀ ਬਾਣੀ ਬਾਣੇ ਦੇ ਰੰਗ ਵਿੱਚ ਰੰਗਿਆ ਜਾਂਦਾ, ਗੁਰਸਿੱਖੀ ਦੇ ਸੰਚੇ 'ਚ ਢਲ ਜਾਂਦਾ, ਉਸੇ ਨੂੰ ਮਹਾਰਾਜ ਜੀ ਪ੍ਰਚਾਰਕ ਬਣਾ ਕੇ ਪ੍ਰਚਾਰਕ ਦੀ ਮੰਜੀ ਤੇ ਥਾਪਦੇ ਸਨ। ਤੋ ਭਾਈ ਸਜਾਦੇ ਨੂੰ ਸਤਿਗੁਰਾਂ ਨੇ ਇਸ ਇਲਾਕੇ ਦੀ ਜਿਹੜੀ ਪ੍ਰਚਾਰਕ ਦੀ ਮੰਜੀ ਹੈ ਉਹ ਬਖਸ਼ਿਸ਼ ਕੀਤੀ ਹੈ। ਆਪ ਚਲਨ ਕੀ ਮਨਸ਼ਾ ਕੀਨੀ। ਔਰ ਆਪ ਗਰੀਬ ਨਵਾਜ ਸਤਿਗੁਰੂ ਜੀ ਨੇ ਇੱਥੋਂ ਚੱਲਣ ਦੀ ਮਨਸਾ ਕੀਤੀ ਹੈ। ਸਹਿਜਾਦਾ ਨਿਜ ਸਦਨ ਸਿਦਾਰਾ। ਭਾਈ ਸਜਾਦਾ ਜੀ ਇੱਕ ਵਾਰੀ ਦਰਸ਼ਨ ਕਰ ਲਏ,
ਫਿਰ ਉੱਥੋਂ ਵਾਪਸ ਆਏ ਤਲਵੰਡੀ ਸਾਹਿਬ। ਲੀਨੇ ਹੀਤ ਸਰਬ ਪਰਿਵਾਰ। ਕਿਉਂ ਆਏ? ਕਿਉਂਕਿ ਪਰਿਵਾਰ ਨੂੰ ਨਾਲ ਲੈ ਕੇ ਜਾਣਾ ਸੀ। ਪਹਿਲਾਂ ਇਕੱਲੇ ਗਏ ਸੀ ਸਤਿਗੁਰਾਂ ਨਾਲ, ਜਗ੍ਹਾ ਵੇਖ ਆਏ, ਦਰਸ਼ਨ ਕਰ ਆਏ ਨੇ, ਹੁਣ ਵਾਪਸ ਆਏ ਆਪਣਾ ਪਰਿਵਾਰ ਲੈਣ ਵਾਸਤੇ। ਤਬ ਕੋ ਬਸਿਓ ਜਾਏ ਤੈ ਥਾਨਾ। ਆਪਣਾ ਪਰਿਵਾਰ ਨਾਲ ਲੈ ਕੇ ਭਾਈ ਸਜਾਦਾ ਜੀ ਮੁੜ ਕੇ ਉੱਥੇ ਹੀ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ 'ਚ ਜਾ ਵਸੇ। ਉੱਥੋਂ ਸਹਿਜੇ ਸਹਿਜੇ ਪਰਿਵਾਰ ਫੈਲਿਆ। ਉੱਥੋਂ ਵਾਪਸ ਫਿਰ ਨਨਕਾਣਾ ਸਾਹਿਬ ਆ ਕੇ ਭਾਈ ਮਰਦਾਨਾ ਜੀ ਦੇ ਜਿਹੜੇ ਵੰਸ਼ਜ ਸਨ ਉਹ ਨਨਕਾਣਾ ਸਾਹਿਬ ਆ ਕੇ ਕੀਰਤਨ ਦੀ ਹਾਜ਼ਰੀ ਭਰਦੇ ਰਹੇ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ। ਭਾਈ ਜੱਸਾ ਸਿੰਘ ਜੀ, ਭਾਈ ਪਾਲਾ ਸਿੰਘ ਜੀ ਵਰਗੇ ਬੜੇ ਬੜੇ ਪ੍ਰਸਿੱਧ ਕੀਰਤਨੀਏ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਵਿੱਚੋਂ ਹੋਏ, ਜਿਹੜੇ ਇੱਥੇ ਪਟਿਆਲੇ ਆ ਕੇ ਵੀ ਕੀਰਤਨ ਕਰਦੇ ਰਹੇ। ਉਹਨਾਂ ਦੇ ਅੱਗੋਂ ਪਰਿਵਾਰ ਜਿਹੜੇ ਨੇ ਭਾਈ ਮਰਦਾਨੇ ਕੇ, ਹੁਣ ਵੀ ਕੁਝ ਪਰਿਵਾਰ ਪਟਿਆਲੇ 'ਚ ਰਹਿੰਦੇ ਹਨ। ਇਸੇ ਤਰ੍ਹਾਂ ਕੁਝ ਜਲੰਧਰ ਆਦਿਕ ਨਗਰਾਂ ਦੇ ਵਿੱਚ, ਉਧਰ ਲਹਿੰਦੇ ਪੰਜਾਬ 'ਚ, ਪਾਕਿਸਤਾਨ ਵਿੱਚ ਵੀ ਜਿਹੜੇ ਉਧਰ ਰਹਿ ਗਏ ਹਨ ਭਾਈ ਲਾਲ ਜੀ ਦੇ ਹੋਣਾ ਦੇ ਅੱਗੋਂ ਪਰਿਵਾਰ ਵੰਸ਼ਜ, ਉਹ ਵੀ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਦੇ ਰਬਾਬੀ ਸਿੱਖ। ਤੋ ਭਾਈ ਮਰਦਾਨਾ ਜੀ ਦਾ ਪਰਿਵਾਰ ਬਹੁਤ ਵਧਿਆ ਫੁੱਲਿਆ, ਉਹਨਾਂ ਦਾ ਬਹੁਤ ਜ਼ਿਆਦਾ ਵਿਸਥਾਰ ਹੋਇਆ। ਬਦੀ ਮੰਨਤਾ ਵੰਸ਼ ਮਾਨਾ। ਭਾਈ ਮਰਦਾਨੇ ਦੀ ਵੰਸ਼ ਦੀ ਬੜੀ ਮੰਨਤਾ ਹੋਈ ਉਸ ਇਲਾਕੇ 'ਚ। ਭਾਈ ਸਜਾਦੇ ਦਾ ਬੜਾ ਸਤਿਕਾਰ ਹੋਇਆ। ਮੰਜੀ ਮਿਲੀ ਸੀ ਪ੍ਰਚਾਰਕ ਦੀ, ਤੋ ਉਸ ਇਲਾਕੇ 'ਚ ਭਾਈ ਸਜਾਦੇ ਦੀ ਬਹੁਤ ਪੂਜਾ ਹੋਈ, ਬਹੁਤ ਮੰਨਤਾ ਹੋਈ। ਦੋਹਰਾ ਸ਼੍ਰੀ ਗੁਰ ਪਗ ਕੋ ਸਿਮਰ ਉਰ ਰੋਜ ਖੋਜ ਨਿਜ ਰੂਪ। ਅਗਲਾ ਅਧਿਆਏ ਪ੍ਰਾਰੰਭ ਹੋ ਰਿਹਾ ਹੈ। ਉਹਦੇ ਤੋਂ ਪਹਿਲਾਂ ਮਾਂ ਕਵੀ ਜੀ ਮੰਗਲਾ ਚਰਨ ਕਰ ਰਹੇ ਨੇ। ਕਹਿੰਦੇ, ਹੇ ਮੇਰਿਆ ਮਨਾ, ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਸਿਮਰਨ ਕਰਕੇ, ਗੁਰੂ ਸਾਹਿਬ ਦੇ ਚਰਨਾਂ ਨੂੰ ਸਿਮਰ ਕੇ, ਵਾਹਿਗੁਰੂ ਵਾਹਿਗੁਰੂ, ਇਹ ਗੁਰੂ ਕੇ ਚਰਨ ਹਨ, ਇਹਨੂੰ ਸਿਮਰਨਾ ਹੈ। ਸਿਮਰ ਕੇ ਆਪਣੇ ਹਿਰਦੇ ਵਿੱਚ ਰੋਜ਼ ਆਪਣੇ ਨਿਜ ਸਵਰੂਪ ਦੀ ਖੋਜ ਕਰੀਏ। ਰੋਜ਼ ਖੋਜ ਨਿਜ ਰੂਪ, ਰੋਜ਼ ਆਪਣੇ ਨਿਜ ਰੂਪ ਨੂੰ ਖੋਜ, ਗੁਰੂ ਦੇ ਚਰਨਾਂ ਨੂੰ ਸਿਮਰ ਕੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆਪਣੇ ਸਵਰੂਪ ਨੂੰ ਖੋਜਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਖੋਜਣਾ ਕਰ ਆਪਣੇ ਨਿਜ ਸਵਰੂਪ ਨੂੰ ਕਿ ਤੇਰਾ ਸਵਰੂਪ ਕੀ ਹੈ। ਪਾਏ ਸਹਿਜ ਸੁਖ ਕੋ ਤਬੇ ਉਦਰ ਅੰਧੇਰੇ ਕੂਪ। ਜਦੋਂ ਆਪਣੇ ਨਿਜ ਰੂਪ ਨੂੰ ਖੋਜੇਗਾ ਤਾਂ ਤੈਨੂੰ ਸਹਿਜ ਸੁਖ ਦੀ ਪ੍ਰਾਪਤੀ ਹੋਵੇਗੀ। ਔਰ ਇਹ ਜਿਹੜਾ ਸੰਸਾਰ ਅੰਨਾ ਖੂਹ ਹੈ, ਇਸ ਅੰਨੇ ਖੂਹ ਤੋਂ ਤੂੰ ਪਾਰ ਉਤਰੇਗਾ, ਇਸ ਅੰਨੇ ਖੂਹ ਤੋਂ ਤੇਰਾ ਪਾਰ ਉਤਾਰਾ ਹੋਵੇਗਾ। ਚੌਪਈ ਸ਼੍ਰੀ ਅੰਗਦ ਸੁਨ ਕਥਾ ਰਸਾਲਾ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਬਾਲਾ ਜੀ ਸਰਵਣ ਕਰਵਾ ਰਹੇ ਹਨ। ਗਏ ਕੰਧਾਰ ਮਝਾਰ ਕਿਰਪਾਲਾ। ਕਹਿੰਦੇ ਅਫਗਾਨਿਸਤਾਨ 'ਚ ਕੁਰਮ ਨਗਰ ਵਿੱਚ ਭਾਈ ਸਜਾਦੇ ਨੂੰ ਛੱਡ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਕੰਧਾਰ ਪਹੁੰਚੇ ਹਨ। ਅਫਗਾਨਿਸਤਾਨ ਦਾ ਇਲਾਕਾ ਹੈ ਕਾਬਲ, ਕੰਧਾਰ। ਖਾਲਸਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਿੱਖੀ, ਇੱਥੇ ਪਾਤਸ਼ਾਹ ਦੀ ਸਿੱਖੀ ਵਧੀ ਫੁੱਲੀ ਹੈ। ਪਿੱਛੇ ਉੱਥੇ ਦਹਿਸ਼ਤਗਰਦਾਂ ਨੇ ਕੁਝ ਦਿਨ ਹੋਏ ਮਹਾਰਾਜ ਜੀ ਦੇ ਅਸਥਾਨ ਤੇ ਹਮਲਾ ਕੀਤਾ, ਇੱਕ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਪਰ ਉਹ ਕਾਬਲ ਦੇ ਰਹਿਣ ਵਾਲੇ ਗੁਰੂ ਕੇ ਸਿੱਖ ਐਸੇ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਹਨ, ਉਹ ਕਹਿੰਦੇ ਅਸੀਂ ਆਪਣੇ ਸਾਹਿਬਾਂ ਦਾ ਸਥਾਨ ਛੱਡ ਕੇ ਨਹੀਂ ਜਾਣਾ। ਉਹਨਾਂ ਨੂੰ ਹਾਲਾਂਕਿ ਉਹ ਤੰਗ ਕਰਦੇ ਹੈ ਵੀ ਇੱਥੋਂ ਨਿਕਲ ਜਾਓ। ਭਾਰਤ ਖੰਡ ਦੇ ਵਿੱਚ ਕਿਸੇ ਨੇ ਕੋਈ ਬਿਆਨ ਦਿੱਤਾ ਮਾੜਾ ਹਜ਼ਰਤ ਸਾਹਿਬ ਦੇ ਖਿਲਾਫ, ਉਹ ਕਹਿੰਦੇ ਜੀ ਅਸੀਂ ਉਹਦਾ ਬਦਲਾ ਲੈਣ ਵਾਸਤੇ ਸਿੱਖਾਂ ਦੇ ਗੁਰਦੁਆਰੇ ਤੇ ਹਮਲਾ ਕੀਤਾ ਹੈ। ਇੱਦਾਂ ਦੀਆਂ ਬਿਰਤੀਆਂ, ਖੋਟੀਆਂ ਬਿਰਤੀਆਂ, ਮਹਾਰਾਜ ਜੀ ਦੇ ਧਰਮ ਸਥਾਨਾਂ ਤੇ ਹਮਲੇ ਕਰਨੇ,
ਉਹ ਕਾਬਲ ਦੇ ਇਲਾਕੇ 'ਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੀਜ ਬੀਜਿਆ। ਕਾਬਲ 'ਚ ਬਹੁਤ ਸਿੱਖੀ ਵਧੀ ਫੁੱਲੀ। ਕੰਧਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ। ਯਾਰ ਵਲੀ ਇੱਕ ਮੁਗਲ ਰਹੰਤਾ। ਇੱਥੇ ਇੱਕ ਮੁਸਲਮਾਨ ਮੁਗਲ ਜਿਹਦਾ ਨਾਮ ਸੀ ਯਾਰ ਵਲੀ, ਉਹ ਇੱਥੇ ਕੰਧਾਰ 'ਚ ਰਹਿੰਦਾ, ਕੰਧਾਰੀ ਸੀ, ਇੱਥੋਂ ਦਾ ਰਹਿਣ ਵਾਲਾ। ਯਾਰ ਵਲੀ ਉਹਦਾ ਨਾਮ ਹੈ। ਹਾਂਜੀ। ਤੈਂ ਸੋ ਕੀਨ ਮਿਲਨ ਭਗਵੰਤਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਯਾਰ ਵਲੀ ਨੂੰ ਆ ਕੇ ਮਿਲੇ ਹਨ। ਬੂਜਨ ਹਿਤ ਤੈਂ ਬਚਨ ਉਚਾਰਾ। ਉਸ ਵਕਤ ਗੱਲਬਾਤ ਚੱਲੀ, ਯਾਰ ਵਲੀ ਨਾਲ ਗੁਫ਼ਤਗੂ ਹੋਈ। ਗੁਫਤੋ ਆਪਣੋ ਨਾਮ ਚੇਦਾਰਾ। ਉਸ ਵਕਤ ਤੋਂ ਬੋਲਿਆ, ਕਹਿਣ ਲੱਗਾ ਜੀ ਕੀ ਨਾਮ ਹੈ ਆਪ ਜੀ ਦਾ? ਮਾ ਨਾਮ ਨਾਨਕ ਨਿਰੰਕਾਰੀ। ਜਦੋਂ ਯਾਰ ਵਲੀ ਨੇ ਸਤਿਗੁਰੂ ਜੀ ਨੂੰ ਪੁੱਛਿਆ ਵੀ ਤੁਹਾਡਾ ਕੀ ਨਾਮ ਹੈ, ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਨਾਨਕ ਨਿਰੰਕਾਰੀ। ਮਾਂ ਨਾਮ ਨਾਨਕ ਨਿਰੰਕਾਰੀ, ਸਾਡਾ ਜਿਹੜਾ ਨਾਮ ਹੈ ਉਹ ਨਾਨਕ ਨਿਰੰਕਾਰੀ ਹੈ। ਕਹੇ ਮਾਇਨਾ ਕਰੋ ਉਚਾਰੀ। ਕਹਿਣ ਲੱਗਾ ਜੀ ਇਹਦੇ ਮਾਇਨੇ ਦੱਸੋ ਵੀ ਤੁਸੀਂ ਨਿਰੰਕਾਰੀ ਹੋ, ਇਹਦੇ ਮਾਇਨੇ ਕੀ ਹਨ, ਇਹਦੇ ਅਰਥ ਕੀ ਹਨ? ਬੰਦਾ ਹੋ ਖੁਦਾਏ ਕਾ ਜਾਨੋ। ਪਾਤਸ਼ਾਹ ਕਹਿਣ ਲੱਗੇ ਇਹਦਾ ਮਤਲਬ ਹੈ ਯਾਰ ਵਲੀ ਕਿ ਮੈਂ ਖੁਦਾ ਦਾ ਬੰਦਾ ਹਾਂ। ਖੁਦਾ ਦਾ, ਨਾਨਕ ਨਿਰੰਕਾਰੀ ਦਾ ਮਤਲਬ ਹੈ ਵੀ ਮੈਂ ਖੁਦਾ ਦਾ ਬੰਦਾ ਹਾਂ, ਅਕਾਲ ਪੁਰਖ ਦਾ ਬੰਦਾ ਹਾਂ। ਪੁਨ ਬੂਜਤ ਨਿਜ ਪੀਰ ਬਖਾਨੋ। ਫਿਰ ਪੁੱਛਣ ਲੱਗਾ ਯਾਰ ਵਲੀ, ਕਹਿੰਦਾ ਜੀ ਤੁਹਾਡਾ ਪੀਰ ਕੌਣ ਹੈ? ਕਿਉਂਕਿ ਇਹ ਪੀਰ ਮੰਨਦੇ ਆ ਵੱਡਿਆਂ ਨੂੰ, ਆਪਣਿਆਂ ਨੂੰ। ਕਹਿਣ ਲੱਗਾ ਜੀ ਤੁਹਾਡਾ ਪੀਰ ਕੌਣ ਹੈ? ਯਕ ਖੁਦਾਏ ਹੈ ਦਿਗਰ ਨਾ ਕੋਈ। ਮਹਾਰਾਜ ਜੀ ਕਹਿਣ ਲੱਗੇ ਯਾਰ ਵਲੀ ਸਾਡਾ ਪੀਰ ਇੱਕ ਖੁਦਾ ਅਕਾਲ ਪੁਰਖ ਪਰਮੇਸ਼ਰ ਸਾਡਾ ਪੀਰ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ। ਯਕ ਖੁਦਾਏ ਹੈ, ਫਾਰਸੀ ਵਿੱਚ ਹੀ ਗੱਲ ਹੋ ਰਹੀ ਹੈ। ਮਹਾਰਾਜ ਜੀ ਯਕ ਕਹਿੰਦੇ ਇੱਕ ਨੂੰ ਫਾਰਸੀ ਵਿੱਚ। ਮਹਾਰਾਜ ਜੀ ਕਹਿੰਦੇ ਸਾਡਾ ਇੱਕੋ ਖੁਦਾ ਹੀ ਸਾਡਾ ਪੀਰ ਹੈ। ਦਿਗਰ ਕਹਿੰਦੇ ਨੇ ਫਾਰਸੀ ਚ ਦੋ ਨੂੰ। ਮਹਾਰਾਜ ਜੀ ਕਹਿੰਦੇ ਅਸੀਂ ਕਿਸੇ ਦੂਜੇ ਨੂੰ ਨਹੀਂ ਜਾਣਦੇ, ਕਿਸੇ ਦਿਗਰ ਦੂਜੇ ਨੂੰ ਨਹੀਂ ਜਾਣਦੇ। ਜਗਤ ਮੁਰੀਦ ਪੀਰ ਵੱਡ ਸੋਈ। ਸਾਰਾ ਸੰਸਾਰ ਉਹਦਾ ਮੁਰੀਦ ਹੈ ਤੇ ਉਹੀ ਖੁਦਾ ਸਾਰੇ ਜਗਤ ਦਾ ਪੀਰ ਹੈ। ਸਾਰੇ ਜਗਤ ਦਾ ਪੀਰ ਉਹ ਹੈ ਔਰ ਸਾਰਾ ਜਗਤ ਉਹਦਾ ਮੁਰੀਦ ਹੈ। ਬਚਨ ਸੁਨਤ ਪਾ ਦੇਖ ਨਿਹਾਲਾ। ਯਾਰ ਵਲੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਬੜਾ ਸੰਤੁਸ਼ਟ ਹੋਇਆ, ਹਿਰਦੇ ਨੂੰ ਸਕੂਨ ਮਿਲਿਆ ਔਰ ਨਿਹਾਲ ਹੋਇਆ। ਤਰਿਓ ਚਰਨ ਪੁਰ ਸਿਰ ਤਤਕਾਲਾ। ਪਾਤਸ਼ਾਹ ਦੇ ਬਚਨ ਸੁਣਦਿਆਂ ਸਾਰ ਯਾਰ ਵਲੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣਾ ਸਿਰ ਧਰ ਕੇ ਮੱਥਾ ਟੇਕਦਾ ਹੈ। ਤੁਮ ਖੁਦਾਏ ਹੋ ਤਰਿਓ ਸਰੀਰਾ। ਯਾਰ ਵਲੀ ਬੋਲਿਆ, ਮਹਾਰਾਜ ਹੇ ਗੁਰੂ ਨਾਨਕ ਸਾਹਿਬ ਤੁਸੀਂ ਖੁਦਾ ਹੋ, ਖੁਦਾ ਨੇ ਹੀ ਇਹ ਸਰੀਰ ਧਾਰਨ ਕੀਤਾ ਮੈਂ ਜਾਣਿਆ ਹੈ। ਪੰਜੋ ਜਨਮ ਮਰਨ ਕੀ ਪੀਰਾ। ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਪਨਾਹ ਵਿੱਚ ਹਾਂ, ਕਿਰਪਾ ਕਰੋ ਮੇਰੀ ਜਨਮ ਤੇ ਮਰਨ ਦੀ ਪੀੜਾ ਨੂੰ ਦੂਰ ਕਰ ਦਿਓ। ਹਾਲਾਂਕਿ ਇਸਲਾਮ ਵਿੱਚ ਜਨਮ ਮਰਨ ਉਹ ਨਹੀਂ ਮੰਨਦੇ, ਪਰ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਇਹਨੂੰ ਸੋਝੀ ਹੋਈ ਕਿ ਜਨਮ ਮਰਨ ਦਾ ਚੱਕਰ ਬੜਾ ਲੰਮਾ। ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੇਰੀ ਜਨਮ ਤੇ ਮਰਨ ਦੀ ਪੀੜਾ ਦੂਰ ਕਰ ਦਿਓ। ਮੈਂ ਜਾਨੋ ਨਿਜ ਪੀਰ ਵਿਸ਼ਾਲਾ। ਮਹਾਰਾਜ ਜੀ ਮੈਂ ਤੁਹਾਨੂੰ ਆਪਣਾ ਵਿਸ਼ਾਲ ਵੱਡਾ ਪੀਰ ਕਰਕੇ ਜਾਣਦਾ ਹਾਂ, ਮੇਰੇ ਪੀਰ ਤੁਸੀਂ ਹੋ। ਤੁਮਰੋ ਪਾ ਮੁਰੀਦ ਏ ਕਾਲਾ। ਅੱਜ ਤੋਂ ਬਾਅਦ ਮਨ ਬਚ ਕਰਮ ਕਰਕੇ ਮੈਂ ਤੁਹਾਡੇ ਚਰਨਾਂ ਦਾ ਅਦਨਾ ਜਿਹਾ ਮੁਰੀਦ ਹਾਂ। ਤੁਹਾਡੇ ਚਰਨਾਂ ਦਾ ਅੱਜ ਤੋਂ ਬਾਅਦ ਮੈਂ ਮੁਰੀਦ ਹਾਂ, ਤੁਸੀਂ ਮੇਰੇ ਪੀਰ ਹੋ। ਬੂਝਿਓ ਗੁਰੂ ਨਾਮ ਕੋ ਤੇਰਾ। ਸਤਿਗੁਰੂ ਜੀ ਪੁੱਛਦੇ ਹਾਂ ਭਾਈ ਤੇਰਾ ਕੀ ਨਾਮ ਹੈ? ਕਿਉਂ ਮੁਰੀਦ ਹੋਵਤ ਹੈ ਮੇਰਾ। ਤੂੰ
ਸਾਡਾ ਮੁਰੀਦ ਕਾਹਨੂੰ ਬਣਦਾ ਬਈ? ਤੇਰਾ ਨਾਂ ਕੀ ਹੈ? ਤੂੰ ਸਾਡਾ ਮੁਰੀਦ ਕਿਉਂ ਬਣਦਾ ਹੈ? ਯਾਰ ਵਲੀ ਜਾਨੋ ਮਮ ਨਾਮੋ। ਕਹਿਣ ਲੱਗਾ ਜੀ ਜਾਣੀ ਜਾਣੋ ਤੁਸੀਂ, ਪਰ ਫਿਰ ਵੀ ਦੱਸਦਾ ਮੇਰਾ ਨਾਮ ਯਾਰ ਵਲੀ ਹੈ। ਬਨੋ ਮੁਰੀਦ ਮੁਕਤ ਕੇ ਕਾਮੋ। ਮਹਾਰਾਜ ਮੈਂ ਤੁਹਾਡਾ ਮੁਰੀਦ ਤਾਂ ਬਣਦਾ ਕਿ ਮੈਂ ਜਨਮ ਤੇ ਮਰਨ ਤੋਂ ਮੁਕਤ ਹੋ ਜਾਵਾਂ, ਮੁਕਤ ਹੋ ਜਾਵਾਂ, ਮੈਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਏ। ਇਸ ਕਰਕੇ ਮੈਂ ਤੁਹਾਡੇ ਚਰਨਾਂ ਦਾ ਮੁਰੀਦ ਹੋ ਰਿਹਾ। ਤੈਂ ਕੀ ਸ਼ਰਧਾ ਦੇਖ ਵਿਸ਼ਾਲਾ। ਯਾਰ ਵਲੀ ਦੇ ਅੰਦਰ ਦੀ ਸ਼ਰਧਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖੀ। ਉਪਦੇਸ਼ਿਓ ਕਰ ਦੀਨ ਨਿਹਾਲਾ। ਪਾਤਸ਼ਾਹ ਨੇ ਉਪਦੇਸ਼ ਦੇ ਕੇ ਯਾਰ ਵਲੀ ਨੂੰ ਨਿਹਾਲ 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 ਕਰ ਦਿੱਤਾ। ਏਕ ਨਿਸਾ ਬਸ ਕਹਤੇ ਸਦਨਾ। ਇੱਕ ਰਾਤ ਸਤਿਗੁਰੂ ਜੀ ਯਾਰ ਵਲੀ ਦੇ ਘਰ ਰਹੇ। ਇਹਦੇ ਘਰ ਇੱਕ ਰਾਤ ਸਤਿਗੁਰਾਂ ਨੇ ਟਿਕਾਣਾ ਕੀਤਾ। ਚਲਨ ਤਿਆਰ ਪੇ ਪੰਕਜ ਬਦਨਾ। ਅਗਲੇ ਦਿਨ ਸਵੇਰੇ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ। ਯਾਰ ਵਲੀ ਬੰਦੇ ਸਿਰ ਨਿਆਏ। ਯਾਰ ਵਲੀ ਨੇ ਬੜੇ ਅਦਬ ਨਾਲ ਸਤਕਾਰ ਨਾਲ ਗੁਰੂ ਪਾਤਸ਼ਾਹ ਦੇ ਸੋਹਣਿਆਂ ਜਿਹਾਂ ਚਰਨਾਂ ਦੇ ਉੱਤੇ ਬੰਦਨਾ ਕੀਤੀ। ਭਈ ਮਸਤ ਮਤ ਨਾਮ ਖੁਦਾਏ। ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ ਤੇ ਸੁਰਤ ਮਸਤੀ ਦੇ ਰੰਗ ਵਿੱਚ ਰੰਗੀ ਗਈ। ਨਾਮ ਖੁਦਾ ਦੇ ਰੰਗ ਵਿੱਚ ਸੁਰਤ ਮਸਤ ਹੋ ਗਈ। ਜਿਹਦੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਆ ਨਾ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਏ ਪਵੇਂ ਕਿਉਂ ਜਿੰਦੇ, ਜਿਤ ਰਾਹੇ ਮੂੰਹ ਮਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਠਿਕਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਠਿਕਾਣੇ। ਉਸ ਮਸਤੀ ਵਿੱਚ ਯਾਰ ਵਲੀ ਦੀ ਸੁਰਤ ਰੰਗੀ ਗਈ। ਨਾਮ ਦੀ ਰੰਗ ਦੀ ਮਸਤੀ ਵਿੱਚ ਸੁਰਤ ਮਸਤ ਹੋ ਗਈ। ਤੈਂ ਕੋ ਧੀਰਜ ਦੇ ਪੁੰਨ ਗਏ। ਯਾਰ ਵਲੀ ਨੂੰ ਧੀਰਜ ਦੇ ਕੇ ਸਤਿਗੁਰੂ ਜੀ ਇੱਥੋਂ ਚੱਲ ਪਏ। ਇੱਕ ਖੱਤਰੀ ਕੋ ਦੇਖਤ ਪਏ। ਪਾਤਸ਼ਾਹ ਨੇ ਇੱਕ ਖੱਤਰੀ ਵਰਣ ਦੇ ਵਿਅਕਤੀ ਨੂੰ ਵੇਖਿਆ। ਜਮੀ ਬਰਫ ਬਹੁ ਤਿਸਨੇ ਫੋਰੀ। ਪਾਤਸ਼ਾਹ ਨੇ ਵੇਖਿਆ ਬਰਫੀਲਾ ਇਲਾਕਾ ਹੈ ਤੇ ਬਰਫ਼ ਜੰਮੀ ਹੋਈ ਹੈ। ਉੱਥੋਂ ਇੱਕ ਜਗ੍ਹਾ ਤੋਂ ਪਾਣੀ ਦਾ ਛੋਟਾ ਜਿਹਾ ਕੁੰਟ ਸੀ, ਉੱਤੇ ਬਰਫ਼ ਜੰਮੀ ਹੋਈ। ਇੱਕ ਖੱਤਰੀ ਭਾਈਚਾਰੇ ਨਾਲ ਸੰਬੰਧਿਤ ਗੁਰਮੁਖ ਸੀ। ਉਹਨੇ ਉੱਤੋਂ ਬਰਫ਼ ਤੋੜੀ ਤੇ ਥੱਲਿਓਂ ਪਾਣੀ ਕੱਢਿਆ। ਲਾਗੇ ਉਹ ਮੱਜਨ ਕਰਨੇ ਭੋਰੀ। ਸਵੇਰ ਦਾ ਟਾਈਮ ਸੀ, ਅੰਮ੍ਰਿਤ ਵੇਲੇ ਦਾ। ਉਹ ਠੰਡੇ ਪਾਣੀ ਨਾਲ ਇਸ਼ਨਾਨ ਪਿਆ ਕਰਦਾ। ਉਹਦੇ ਵਿੱਚ ਬਰਫ਼ ਉੱਤੋਂ ਤੋੜੀ ਹੈ, ਠੰਡਾ ਪਾਣੀ ਹੈ ਤੇ ਆਪਣਾ ਨੇਮ ਪੁਗਾ ਰਿਹਾ ਹੈ। ਉੱਥੇ ਉਹ ਇਸ਼ਨਾਨ ਕਰ ਰਿਹਾ ਹੈ। ਕਰਨ ਕਿਰਤਾਰਥ ਤਾਏ ਸਮੀਪਾ। ਹੁਣ ਮਾਨੋ ਇਹਦੇ ਭਲੇ ਵਾਸਤੇ ਹੀ ਸਤਿਗੁਰੂ ਆਏ ਸਨ ਇੱਥੇ। ਪਾਤਸ਼ਾਹ ਨੂੰ ਕਿਰਤਾਰਥ ਕਰਨ ਵਾਸਤੇ ਉਹਦੇ ਕੋਲ ਆਏ। ਬੂਜਤ ਪੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ, ਬੇਦੀ ਕੁਲ ਟੀਕਾ ਸਤਿਗੁਰੂ ਜੀ ਬੋਲੇ। ਕੋ ਹੈ ਬਰਨ ਨਾਮ ਕੋ ਤੇਰਾ। ਮਹਾਰਾਜ ਜੀ ਉਹਨੂੰ ਪੁੱਛਦੇ, ਹਾਂ ਭਾਈ ਗੁਰਮੁਖਾ ਕੌਣ ਹੈ ਤੂੰ? ਇੰਨੀ ਠੰਡ 'ਚ ਆਪਣਾ ਨੇਮ ਪਿਆ ਪਗਾਉਣਾ, ਅੰਮ੍ਰਿਤ ਵੇਲੇ ਇਸ਼ਨਾਨ ਪਿਆ ਕਰਦਾ। ਇਹ ਘਾਲਣਾ ਘਾਲ ਰਿਹਾ, ਕੀ ਨਾਂ ਹੈ ਤੇਰਾ? ਨਾਹਨ ਚੈਤ ਐ ਸੀਤ ਕਨੇਰਾ। ਇੰਨੀ ਠੰਡ ਦੇ ਵਿੱਚ ਵੀ ਤੂੰ ਆਪਣੀ ਮਰਿਆਦਾ ਪਾਲੀ ਆ, ਇਸ਼ਨਾਨ ਨਹੀਂ ਛੱਡਿਆ। ਕਰ ਇਸ਼ਨਾਨ ਜਬ ਬਾਹਰ ਆਵਾ। ਉਹ ਇਸ਼ਨਾਨ ਕਰਕੇ ਬਾਹਰ ਆਇਆ। ਉਹਨੇ ਜਦੋਂ ਬਸਤਰ ਆਦਿਕ ਸਰੀਰ ਤੇ ਧਾਰਨ ਕੀਤੇ, ਦਰਸ਼ਨ ਦੇਖਤ ਭਰਮ ਨਸਾਵਾ। ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਥੋੜਾ ਥੋੜਾ ਹਨੇਰਾ ਸੀ। ਕੋਲ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਕੇ ਹਿਰਦੇ ਦਾ ਭਰਮ ਦੂਰ ਹੋ ਗਿਆ। ਉਹਦਾ ਮਨ ਦੇ ਭਰਮ ਦੀ ਨਿਰਵਿਰਤੀ ਹੋ ਗਈ। ਸਤਿਗੁਰਾਂ ਦੇ ਦਰਸ਼ਨ ਹੀ ਐਸੇ ਪ੍ਰਭਾਵ ਵਾਲੇ ਹਨ। ਬਿਮਲ ਰਿਦਾ ਹੋਏ ਬੰਧਨ ਕੀਨੀ। ਉਸ ਵੀਰ ਦਾ ਗੁਰਮੁਖ ਦਾ ਹਿਰਦਾ ਨਿਰਮਲ ਹੋ ਗਿਆ। ਬਿਮਲ ਮਨ ਸਹਿਤ ਉਹਨੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ। ਸੰਤ ਰੂਪ ਲਖ ਮਹਿਮਾ ਚੀਨੀ। ਸਤਿਗੁਰੂ ਜੀ ਸੰਤ ਸਰੂਪ ਵਿੱਚ ਨਜ਼ਰ ਆਏ ਉਹਨੂੰ।
ਉਹਨੇ ਵੇਖਿਆ ਕਿ ਸਤਿਪੁਰਸ਼ਾਂ ਦੀ ਵੱਡੀ ਭਾਰੀ ਮਹਿਮਾ ਹੈ। ਹਾਥ ਬੰਦ ਕੈ ਬਿਨੈ ਬਖਾਨੀ, ਹੱਥ ਜੋੜ ਕੇ ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ। ਸੰਤ ਮਿਲਨ ਮਮ ਚਾਹ ਮਾਨੀ, ਕਹਿਣ ਲੱਗਾ ਮਹਾਰਾਜ ਮੇਰੇ ਮਨ ਵਿੱਚ ਸੰਤ ਜਨਾਂ ਨੂੰ ਮਿਲਣ ਦੀ ਤਾਂਘ ਸੀ, ਹਿਰਦੇ ਵਿੱਚ ਇੱਛਾ ਸੀ ਕਿ ਮੈਂ ਕਿਸੇ ਸਤਿਪੁਰਸ਼ ਨੂੰ, ਕਿਸੇ ਮਹਾਤਮਾ ਨੂੰ, ਕਿਸੇ ਮਹਾਂਪੁਰਸ਼ ਨੂੰ ਮਿਲਾਂ। ਅਬਰਾਵਰ ਪਰ ਭਈ ਪ੍ਰਤੀਤੀ, ਮਹਾਰਾਜ ਅੱਜ ਮੇਰੀ ਪੁਕਾਰ ਪਰਮੇਸ਼ਰ ਨੇ ਸੁਣ ਲਈ ਹੈ, ਤੁਸੀਂ ਆ ਗਏ ਹੋ ਮਹਾਰਾਜ, ਤੁਸੀਂ ਸੰਤ ਸਵਰੂਪ ਹੋ ਔਰ ਮੇਰੇ ਮਨ ਵਿੱਚ ਤੁਹਾਡੇ ਚਰਨਾਂ ਤੇ ਪ੍ਰਤੀਤ ਬਣ ਆਈ ਹੈ, ਤੁਹਾਡੇ ਦਰਸ਼ਨ ਕਰਦਿਆਂ ਹੀ ਮਨ 'ਚ ਪ੍ਰਤੀਤ ਬਣ ਆਈ ਹੈ। ਦਰਸ ਦੇਖ ਪਾ ਮਨ ਯੁਤ ਪ੍ਰੀਤੀ, ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਤੁਹਾਡੇ ਪ੍ਰੇਮ ਸਹਿਤ ਭਰ ਗਿਆ, ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ ਸੰਤ ਜੀ। ਪੂਰਬ ਕਰਮਨ ਕੇ ਫਲ ਪਾਏ, ਇਸ ਜਨਮ ਦਾ ਤਾਂ ਨਹੀਂ ਮੈਨੂੰ ਕੋਈ ਪਤਾ ਵੀ ਮੇਰਾ ਕੋਈ ਚੰਗਾ ਕਰਮ ਹੋਵੇ, ਪਰ ਤੁਸੀਂ ਮਿਲੇ ਹੋ, ਮੈਨੂੰ ਇਉਂ ਪ੍ਰਤੀਤ ਹੁੰਦਾ ਕੋਈ ਮੇਰੇ ਪੂਰਬਲੇ ਜਨਮ ਦਾ ਚੰਗਾ ਕਰਮ ਅੱਗੇ ਆਇਆ ਹੈ, ਜਿਸ ਕਰਕੇ ਤੁਹਾਡੇ ਦਰਸ਼ਨ ਦੀਦਾਰ ਹੋ ਰਹੇ ਹਨ। ਪੂਰਨ ਸੰਤ ਮਿਲੇ ਤੁਮ ਆਏ, ਆਪ ਜੈਸੇ ਪੂਰਨ ਸੰਤ ਵਲੀ ਪੁਰਖ ਆ ਕੇ ਮੈਨੂੰ ਮਿਲੇ ਹਨ। ਤੈਂ ਕੀ ਪ੍ਰੀਤ ਦੇਖ ਗੁਣ ਖਾਨੀ, ਇਹਦੇ ਅੰਦਰ ਦੀ ਪ੍ਰੀਤ ਗੁਣਾ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖੀ। ਉਪਦੇਸ਼ੀ ਔਰ ਭਗਤ ਮਾਨੀ, ਪਾਤਸ਼ਾਹ ਨੇ ਵੇਖਿਆ ਇਹਦਾ ਹਿਰਦਾ ਪ੍ਰੇਮ ਨਾਲ ਭਰਿਆ। ਖਾਲਸਾ ਜੀ ਜਿੱਥੇ ਪ੍ਰੇਮ ਹੁੰਦਾ ਉੱਥੇ ਸਾਹਿਬ ਜੀ ਆਪ ਹਾਜ਼ਰ ਹੋ ਜਾਂਦੇ ਹਨ, ਜਿੱਥੇ ਪ੍ਰੇਮ ਹੈ ਉੱਥੇ ਨਿਰੰਕਾਰ ਆਪ ਹੈ। ਪਾਤਸ਼ਾਹ ਨੇ ਵੇਖਿਆ ਪ੍ਰੇਮ ਸਹਿਤ ਇਹਦਾ ਹਿਰਦਾ ਭਰਿਆ, ਪਾਤਸ਼ਾਹ ਨੇ ਪ੍ਰੇਮਾ ਭਗਤੀ ਦਾ ਉਪਦੇਸ਼ ਆਪਣੇ ਇਸ ਸੇਵਕ ਨੂੰ ਬਖਸ਼ਿਆ ਹੈ। ਸਗਰੀ ਕਾਲ ਸੰਪੂਰਨ ਕੀਨੀ, ਅੱਜ ਤੱਕ ਜਿਤਨੀ ਘਾਲਣਾ ਉਸਨੇ ਘਾਲੀ ਸੀ, ਜਿੰਨੀ ਸੇਵਾ, ਜਿੰਨੀ ਟਹਿਲ, ਜਿੰਨਾ ਭਜਨ, ਜਿੰਨਾ ਜਪ ਤਪ ਵਰਤ, ਜੋ ਕੁਝ ਵੀ ਅੱਜ ਤਾਈਂ ਉਹਨੇ ਕੀਤਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹਦੀ ਸਾਰੀ ਘਾਲੀ ਹੋਈ ਘਾਲਣਾ ਅੱਜ ਸਫਲ ਹੀ ਕਰ ਦਿੱਤੀ ਹੈ, ਸਫਲ ਕਰ ਦਿੱਤੀ ਉਹਦੀ ਘਾਲਣਾ ਸਤਿਗੁਰਾਂ ਨੇ। ਪ੍ਰਭ ਸਿਮਰਨ ਪੀ ਪ੍ਰੀਤ ਨਵੀਨੀ, ਉਹਦੇ ਹਿਰਦੇ 'ਚ ਪ੍ਰਭੂ ਸਿਮਰਨ ਕਰਨ ਦੀ ਨਵੀਨ ਪ੍ਰੀਤ ਜਾਗ ਪਈ। ਕਰ ਬਿਨਤੀ ਲੈ ਸਦਨ ਸਿਧਾਰਾ, ਸਤਿਗੁਰਾਂ ਨੂੰ ਬੇਨਤੀ ਕਰਕੇ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਗਿਆ। ਮਹਾਰਾਜ ਕਿਰਪਾ ਕਰੋ, ਆਪਣੇ ਸੇਵਕ ਦਾ ਘਰ ਪਵਿੱਤਰ ਕਰੋ। ਸਤਿਗੁਰੂ ਜੀ ਨੂੰ ਨਾਲ ਲੈ ਕੇ ਆਪਣੇ ਘਰ ਗਿਆ। ਅਧਿਕ ਭਾਉ ਕਰ ਭੋਜਨ ਖੁਆਰਾ, ਬੜੇ ਪ੍ਰੇਮ ਨਾਲ, ਬੜੀ ਭਾਵਨਾ ਨਾਲ ਇਹਨੇ ਸਤਿਗੁਰੂ ਜੀ ਨੂੰ ਭੋਜਨ ਛਕਾਇਆ। 3 ਦਿਵਸ ਰਾਖੇ ਹਿਤ ਸੰਗਾ, ਇੰਨਾ ਹਿੱਤ ਕੀਤਾ ਸਤਿਗੁਰਾਂ ਨਾਲ ਕਿ 3 ਦਿਨ ਇਹਨੇ ਸਤਿਗੁਰੂ ਜੀ ਨੂੰ ਆਪਣੇ ਘਰ ਰੱਖਿਆ। 3 ਦਿਨਾਂ ਤੱਕ ਸਤਿਗੁਰੂ ਜੀ ਦਾ ਪ੍ਰੇਮ ਵੇਖ ਕੇ ਇਹਦੇ ਘਰ ਵਿੱਚ ਰਹੇ। ਯਾਰ ਵਲੀ ਕੋ ਸੁਨੋ ਪ੍ਰਸੰਗਾ, ਉਧਰ ਯਾਰ ਵਲੀ ਦਾ ਪ੍ਰਸੰਗ ਸੁਣੋ, ਜਿਹਨੂੰ ਮਸਤੀ ਚੜ ਗਈ ਆ ਨਾਮ ਦੀ ਮਸਤੀ ਵਿੱਚ ਮਸਤ ਹੋ ਗਿਆ। ਯਾਰ ਵਲੀ ਬਾਰੇ ਸੁਣੋ, ਜਿਹਨੂੰ ਸਤਿਗੁਰੂ ਜੀ ਕਿਰਤਾਰਥ ਕਰਕੇ ਆਏ ਹਨ। ਸ਼ੇਖ ਸ਼ਰਫ ਇਕ ਤੈਂ ਕੋ ਮੀਤਾ, ਕੰਧਾਰ ਸ਼ਹਿਰ ਦੇ ਵਿੱਚ ਹੀ ਜਿੱਥੇ ਯਾਰ ਵਲੀ ਜੀ ਰਹਿੰਦੇ ਨੇ, ਉੱਥੇ ਇੱਕ ਹੋਰ ਉਹਨਾਂ ਦਾ ਮਿੱਤਰ ਪਿਆਰਾ ਰਹਿੰਦਾ ਹੈ ਮੁਸਲਮਾਨ, ਉਹਦਾ ਨਾਮ ਹੈ ਸ਼ੇਖ ਸ਼ਰਫ। ਸ਼ੇਖ ਸ਼ਰਫ ਨਾਮ ਦਾ ਇੱਕ ਮੁਸਲਮਾਨ ਉਹਦਾ ਮਿੱਤਰ ਯਾਰ ਵਲੀ ਦਾ ਉਸੇ ਕੰਧਾਰ ਨਗਰ ਵਿੱਚ ਰਹਿੰਦਾ ਹੈ। ਪਰਚਿਤ ਉਤੇ ਕਰਤ ਇਤ ਚੀਤਾ, ਇਹਨਾਂ ਦੋਨਾਂ ਦਾ ਬੜਾ ਪਿਆਰ ਸੀ, ਦੋਵੇਂ ਹੀ ਖੁਦਾ ਦੀ ਬੰਦਗੀ ਕਰਦੇ ਸੀ। ਆਪਸ ਵਿੱਚ ਜਦੋਂ ਬਹਿਣਾ, ਘੰਟਿਆਂ ਬੱਧੀ ਨਿਰੰਕਾਰ ਦੀਆਂ ਚਰਚਾਵਾਂ, ਖੁਦਾ ਦੀ ਚਰਚਾ ਕਰਨੀ। ਦੋਹਰਾ ਜਬ ਸ਼੍ਰੀ ਗੁਰ ਮਿਲ ਕੇ ਗਏ, ਪੀਛੇ ਆਇਓ ਸੋਏ। ਯਾਰ ਵਲੀ ਨੂੰ ਦਰਸ਼ਨ ਦੇ ਕੇ ਜਦੋਂ ਗੁਰੂ ਨਾਨਕ ਸਾਹਿਬ ਚਲੇ ਗਏ, ਸ਼ੇਖ ਸ਼ਰਫ ਬਾਅਦ ਵਿੱਚ ਆਇਆ ਸ਼ਾਮ ਨੂੰ ਆਪਣੇ ਮਿੱਤਰ ਨੂੰ ਮਿਲਣ ਵਾਸਤੇ। ਜਦੋਂ ਸਤਿਗੁਰੂ ਜੀ ਆਏ ਉਦੋਂ ਨਹੀਂ ਉਹ ਆ ਸਕਿਆ। ਜਦੋਂ ਸਤਿਗੁਰੂ ਜੀ ਮਿਲ ਕੇ ਚਲੇ ਗਏ ਯਾਰ ਵਲੀ ਨੂੰ, ਤੇ ਸ਼ੇਖ ਸ਼ਰਫ ਆਪਣੇ ਮਿੱਤਰ ਯਾਰ ਵਲੀ ਨੂੰ ਮਿਲਣ ਆਇਆ। ਹੋਇਓ ਮਗਨ ਬਿਲੋਕ ਕੈ, ਬੂਝਿਓ ਬਚਨ ਬਗੋਏ। ਜਦੋਂ ਸ਼ੇਖ ਸ਼ਰਫ ਨੇ ਆ ਕੇ ਯਾਰ ਵਲੀ ਨੂੰ ਵੇਖਿਆ,
ਕੱਲ ਵਾਲਾ ਯਾਰ ਬਲੀ ਅੱਜ ਨਜ਼ਰ ਨਹੀਂ ਪਿਆ ਆਉਂਦਾ। ਅੱਜ ਜਿਹੜਾ ਯਾਰ ਬਲੀ ਪਿਆ ਦੱਸਦਾ ਕੁਝ ਹੋਰ ਹੀ ਹੈ। ਚਿਹਰੇ ਤੇ ਬੜਾ ਨੂਰ ਹੈ, ਇੱਕ ਮਸਤੀ ਹੈ ਨੇਤਰਾਂ ਵਿੱਚ, ਹਿਰਦੇ 'ਚ ਗਹਿਰਾ ਟਿਕਾ ਤੇ ਆਨੰਦ ਹੈ। ਸ਼ੇਖ ਸ਼ਰਫ ਨੇ ਜਦੋਂ ਜਾ ਕੇ ਆਪਣੇ ਮਿੱਤਰ ਦੀ ਐਸੀ ਪ੍ਰੇਮ ਵਾਲੀ ਦਸ਼ਾ ਵੇਖੀ, ਚੋਪਈ ਕੌਣ ਹਾਲ ਤੁਮ ਭਏ ਦੀਵਾਨੀ। ਕਹਿਣ ਲੱਗਾ, ਉਹ ਯਾਰ ਬਲੀ ਕੀ ਹੋ ਗਿਆ ਤੈਨੂੰ? ਸ਼ੇਖ ਸ਼ਰਫ ਕਹਿੰਦਾ, ਯਾਰ ਬਲੀ ਕਿਆ ਹੋ ਗਿਆ ਤੈਨੂੰ? ਤੇਰੀ ਇਹ ਕੈਸੀ ਦੀਵਾਨਿਆਂ ਵਾਲੀ ਮਸਤਾਂ ਵਾਲੀ ਅਵਸਥਾ ਬਣ ਗਈ ਹੋਈ ਹੈ। ਜਗ ਵਿਵਹਾਰ ਸਰਬ ਬਿਸਰਾਨੀ। ਤੈਨੂੰ ਆਪਣਾ ਕੰਮ ਧੰਦਾ ਜਗਤ ਦੇ ਵਿਵਹਾਰ ਸਭ ਭੁੱਲੇ ਹੋਏ ਨੇ। ਅੱਜ ਤੇਰੇ ਤੋਰ ਹੋਰ ਹੀ ਨਜ਼ਰ ਆਉਂਦੇ ਹਨ। ਕਾਲ ਔਰ ਬਿਦ ਔਰੇ ਆਜਾ। ਕੱਲ ਤੂੰ ਹੋਰ ਹੀ ਪ੍ਰਕਾਰ ਦਾ ਸੀ, ਕੱਲ ਵੀ ਬੈਠੇ ਰਹੇ ਆਪਾਂ, ਅੱਜ ਤੂੰ ਕੁਝ ਹੋਰ ਹੀ ਨਜ਼ਰ ਪਿਆਉ ਨਾ। ਇੰਨਾ ਫਰਕ ਕਿਵੇਂ ਪੈ ਗਿਆ? ਕੋ ਤੋਏ ਮਿਲਿਓ ਭਇਓ ਅਸ ਕਾਜਾ। ਕੌਣ ਮਿਲ ਗਿਆ ਤੈਨੂੰ? ਕੌਣ ਕੋਈ ਐਸਾ ਕਰ ਗਿਆ ਤੇਰੇ ਤੇ ਕੋਈ ਜਾਦੂ ਕਿ ਤੂੰ ਅੱਜ ਕੁਝ ਹੋਰ ਹੀ ਪਿਆ ਦਿਸਦਾ? ਯਾਰ ਵਲੀ ਤੈਂ ਸੰਗ ਬੁਗੋਆ। ਯਾਰ ਵਲੀ ਬੋਲਿਆ, ਆਪਣੇ ਮਿੱਤਰ ਸ਼ੇਖ ਸ਼ਰਫ ਨੂੰ ਕਹਿਣ ਲੱਗਾ, ਯਕ ਕੋ ਮੈਂ ਮੁਰੀਦ ਲੱਖ ਹੋਆ। ਕਹਿਣ ਲੱਗਾ, ਵੇ ਮਿੱਤਰਾ ਸ਼ੇਖ ਸ਼ਰਫ ਦੱਸਾਂ ਤੈਨੂੰ, ਕੱਲ ਤੋਂ ਪਹਿਲਾਂ ਮੇਰੀ ਜ਼ਿੰਦਗੀ ਜੋ ਸੀ ਮੈਨੂੰ ਇਉਂ ਪ੍ਰਤੀਤ ਹੁੰਦੀ ਸੀ ਵੀ ਉਹ ਕੁਝ ਵੀ ਨਹੀਂ ਸੀ। ਕੱਲ ਤੋਂ ਜਦੋਂ ਮੈਨੂੰ ਮੇਰੇ ਯਕ ਇੱਕ ਇਹੋ ਜਿਹੇ ਪੀਰ ਮਿਲੇ ਨੇ ਜਿਨ੍ਹਾਂ ਨੂੰ ਮਿਲਦਿਆਂ ਸਾਰ ਮੈਨੂੰ ਇਉਂ ਪ੍ਰਤੀਤ ਹੋ ਰਿਹਾ ਕਿ ਮੈਂ ਜਿਉਂਦਿਆਂ ਜੀ ਬਹਿਸ਼ਤ ਦਾ ਸੁੱਖ ਮਾਣ ਰਿਹਾ ਹਾਂ। ਆਏ ਫਕੀਰ ਪੀਰ ਜੋ ਮੇਰੋ। ਮੇਰੇ ਜਿਹੜੇ ਪੀਰ ਨੇ ਬੜੇ ਵੱਡੇ ਫਕੀਰ ਹਨ। ਹਾਲ ਪਇਓ ਅਸ ਦਰਸ਼ਨ ਹੀਰੋ। ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਦਰਸ਼ਨ ਕਰਕੇ ਮੇਰਾ ਇਹ ਹਾਲ ਹੋ ਗਿਆ। ਐਸੀ ਬਸਤੀ, ਐਸਾ ਰੰਗ ਮੇਰੇ ਹਿਰਦੇ 'ਚ ਬਣ ਗਿਆ। ਹੇ ਸ਼ੇਖ ਸ਼ਰਫ, ਮੈਂ ਉਹ ਤੈਨੂੰ ਬੋਲ ਕੇ ਨਹੀਂ ਦੱਸ ਸਕਦਾ। ਕਰੁਣਾ ਦ੍ਰਿਸ਼ਟ ਧਾਰ ਕੈ ਮੋਹ ਪਰ। ਮੇਰੇ ਤੇ ਉਹਨਾਂ ਨੇ ਬੜੀ ਕਰੁਣਾ ਦ੍ਰਿਸ਼ਟੀ ਕੀਤੀ ਹੈ, ਬੜੀ ਭਾਰੀ ਦਇਆ ਦ੍ਰਿਸ਼ਟੀ ਕਰਕੇ ਮੇਰੇ ਵੱਲੇ ਤੱਕਿਆ ਹੈ। ਦੀਨੋ ਗਿਆਨ ਮੋਹ ਮਨ ਕੋ ਹਰ। ਮੇਰੇ ਹਿਰਦੇ ਦੇ ਮੋਹ ਨੂੰ ਦੂਰ ਕਰਕੇ ਮੇਰੇ ਹਿਰਦੇ ਨੂੰ ਗਿਆਨ ਸੰਪੰਨ ਕਰਕੇ ਗਏ ਹਨ। ਬੂਝੈ ਸ਼ੇਖ ਸੋ ਕੁਜਾ ਸਿਧਾਇਓ। ਸੁਣਦਿਆਂ ਸਾਰ ਸ਼ੇਖ ਸ਼ਰਫ ਬੋਲਿਆ, ਯਾਰ ਵਲੀ ਜਿਹੜੇ ਇਹੋ ਜਿਹੇ ਪੀਰ ਨੇ ਜਿਨ੍ਹਾਂ ਨੂੰ ਮਿਲਦਿਆਂ ਤੇਰੀ ਇਹੋ ਜੀ ਅਵਸਥਾ ਬਣ ਗਈ ਹੈ। ਕੁਜਾ ਫਾਰਸੀ ਵਿੱਚ ਕੁਜਾ ਕਹਿੰਦੇ ਆ ਕਿੱਧਰ, ਕਹਿੰਦੇ ਉਹ ਕਿੱਧਰ ਚਲੇ ਗਏ ਨੇ। ਜਿਵੇਂ ਭਗਤ ਜੀ ਦਾ ਬਚਨ ਨਾ, ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ਕੁਜਾ ਮਤਲਬ ਕਿੱਧਰ ਚਲੇ ਗਏ। ਇਹੋ ਜਿਹੇ ਜਿਹੜੇ ਪੀਰ ਸਨ ਜਿਨ੍ਹਾਂ ਦੇ ਤੈਂ ਦਰਸ਼ਨ ਕੀਤੇ ਨੇ, ਉਹ ਕਿੱਥੇ ਗਏ ਹਨ? ਦਿਖਰਾਵੋ ਅਸ ਜਾਏ ਬਨਾਇਓ। ਯਾਰ ਵਲੀ ਜਿਨ੍ਹਾਂ ਨੇ ਤੈਨੂੰ ਇਹੋ ਜਿਹਾ ਰੰਗ ਬਖਸ਼ਿਆ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਵਾ। ਯਾਰ ਵਲੀ ਕਹੇ ਭਾਉ ਤਰੀਜੈ। ਯਾਰ ਵਲੀ ਅੱਗੋਂ ਬੋਲਿਆ, ਸ਼ੇਖ ਸ਼ਰਫ ਉਹ ਆਪਣੀ ਮੌਜ ਦੇ ਮਾਲਕ ਨੇ, ਉਹ ਸੁਤੰਤਰ ਨੇ, ਸਵੈ ਇੱਛਾ ਨਾਲ ਵਿਚਰਦੇ ਨੇ। ਤੂੰ ਆਪਣੇ ਹਿਰਦੇ 'ਚ ਭਾਵਨਾ ਤੇ ਪ੍ਰੇਮ ਧਾਰਨ ਕਰ। ਮਿਲੇ ਆਏ ਸੋ ਆਪ ਲਖੀਜੈ। ਇੱਥੇ ਬੈਠ ਕੇ ਉਹਨਾਂ ਦੀ ਆਰਾਧਨਾ ਕਰ, ਕਿਉਂਕਿ ਹੁਣ ਤੂੰ ਲੱਭਣ ਜਾਏਗਾ, ਖਬਰੇ ਲੱਭਣ ਕੇ ਨਾ ਲੱਭਣ। ਇੱਥੇ ਬੈਠ ਕੇ ਜਦੋਂ ਆਰਾਧੇਗਾ, ਤੇਰੀ ਭਾਵਨਾ ਪੂਰੀ ਕਰਨ ਵਾਸਤੇ ਉਹ ਆਪ ਹੀ ਆ ਜਾਣਗੇ ਦਰਸ਼ਨ ਦੇਣ ਲਈ, ਉਹ ਆਪ ਹੀ ਚੱਲ ਕੇ ਆਉਣਗੇ। ਸੁਨਤ ਬਚਨ ਦੇ ਧਰਨਾ ਬੈਸਾ। ਯਾਰ ਵਲੀ ਦੇ ਇਹ ਬਚਨ ਸੁਣ ਕੇ ਸ਼ੇਖ ਸ਼ਰਫ ਨੇ ਹੌਸਲਾ ਕੀਤਾ, ਧੀਰਜ ਧਾਰਨ ਕਰਕੇ ਬੈਠ ਗਏ। ਕਹੇ ਉਠੋ ਪਿਕ ਕੈ ਉਹ ਕੈਸਾ। ਮਨ 'ਚ ਹੱਠ ਕਰਕੇ ਬਹਿ ਗਏ। ਕਹਿੰਦੇ, ਹੇ ਸਾਹਿਬ, ਹੁਣ ਮੈਂ ਤਾਂ ਉੱਠਾਂਗਾ ਇੱਥੋਂ ਜਦੋਂ ਤੁਹਾਡੇ ਦਰਸ਼ਨ ਕਰਾਂਗਾ। ਜਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਹੁੰਦੇ ਉਦੋਂ ਤੱਕ ਮੈਂ ਇੱਥੇ ਅਡੋਲ ਹੀ ਬੈਠਾ ਰਹਾਂਗਾ। ਆਗੇ ਮਿਲ ਕੇ ਜਾਵਤ ਧਾਮੂ। ਅੱਗੇ ਤਾਂ ਯਾਰ ਵਲੀ ਨੂੰ ਮਿਲ ਕੇ ਚਲਾ ਜਾਂਦਾ ਸੀ ਸ਼ੇਖ ਸ਼ਰਫ ਘਰ, ਪਰ ਉਸ ਦਿਨ ਨਹੀਂ ਗਿਆ। ਬੈਠ ਰਿਓ
ਤੈਂ ਦੇਖਨ ਕਾਮੋ ਯਾਰ ਵਲੀ ਦੇ ਘਰ ਹੀ ਬੈਠਾ ਰਿਹਾ। ਜਬਈ ਦਿਵਸ ਬਤੀਤੇ ਚਾਰ ਕਹਿੰਦੇ ਉੱਥੇ ਬੈਠਿਆਂ ਰੱਬ ਰੱਬ ਕਰਦਾ ਮਹਾਰਾਜ ਜੀ ਬਾਰੇ ਪੁੱਛਦਾ ਹੈ ਯਾਰ ਵਲੀ ਨੂੰ। 4 ਦਿਨ ਬੀਤ ਗਏ ਸ਼ੇਖ ਸਰਫ ਨੂੰ ਬੈਠਿਆਂ। ਆਏ ਸ਼੍ਰੀ ਗੁਰ ਕਰੁਣਾ ਧਾਰ ਕਰੁਣਾ ਦੇ ਅਥਾਹ ਸੁਆਮੀ ਮਾਲਕ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮੇਹਰਾਂ ਦੇ ਸਾਈਂ ਸਹਿਜੀ ਸਹਿਜੀ ਚਾਲ ਚਲਦਿਆਂ ਚਲਦਿਆਂ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਕਹਿੰਦਿਆਂ ਯਾਰ ਵਲੀ ਦੇ ਘਰ ਆ ਪਹੁੰਚੇ ਹਨ। ਦੇਖਿਓ ਯਾਰ ਵਲੀ ਤਬ ਗੁਰ ਕੋ ਜਦੋਂ ਯਾਰ ਵਲੀ ਨੇ ਵੇਖਿਆ ਦੀਨ ਦੁਨੀਆ ਦੇ ਮਾਲਕ ਮੇਰੇ ਪੀਰਾਂ ਦੇ ਪੀਰ ਪਿਰਾਨ ਪੀਰ ਸਾਹਿਬ ਆ ਗਏ ਹਨ। ਤੂਰਨ ਉਠਿਓ ਪ੍ਰੇਮ ਕਰੇ ਉਰ ਕੋ ਭਾਰੀ ਪ੍ਰੇਮ ਧਾਰਨ ਕਰਕੇ ਯਾਰ ਵਲੀ ਕਾਹਲੀ ਨਾਲ ਉੱਠ ਕੇ ਗਿਆ। ਕੀਏ ਬੰਧਨ ਜੁਗ ਪਦ ਅਰਬਿੰਦਾ ਗਰੀਬ ਨਵਾਜ ਸਾਹਿਬ ਦਿਆਂ ਸੋਹਣਿਆਂ ਚਰਨਾਂ ਕਮਲਾਂ ਦੇ ਉੱਤੇ ਯਾਰ ਵਲੀ ਨੇ ਬੰਦਨਾ ਕੀਤੀ। ਬੈ ਸਾਰੇ ਪੁਨ ਆਨੰਦ ਕੰਦਾ ਆਨੰਦ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ ਪਲੰਘੇ ਤੇ ਬਿਠਾਇਆ। ਸ਼ੇਖ ਸ਼ਰਫ ਪੁਨ ਬਾਨੀ ਭਾਖੀ ਸ਼ੇਖ ਸ਼ਰਫ ਨੇ ਆ ਕੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ। ਸਾਹਿਬ ਦੇ ਸੋਹਣੇ ਸਵਰੂਪ ਨੂੰ ਵੇਖ ਕੇ ਸ਼ੇਖ ਸ਼ਰਫ ਜੀ ਬੋਲੇ ਖਫਨੀ ਕਰਦ ਚਿਕਾਰ ਜੋ ਰਾਖੀ ਮਹਾਰਾਜ ਇਹ ਜਿਹੜੀ ਖਫਣੀ ਪਾਈ ਹੈ ਸਰੀਰ ਤੇ ਆਪਾਂ ਚੋਲਾ ਕਹਿ ਦਿੰਦੇ ਆ ਉਹ ਖਫਣੀ ਕਹਿ ਦਿੰਦੇ ਆ। ਪਾਤਸ਼ਾਹ ਨੇ ਲੰਮਾ ਚੋਲਾ ਸਰੀਰ ਤੇ ਧਾਰਿਆ ਹੋਇਆ ਸੀ। ਕਹਿੰਦਾ ਜੀ ਇਹ ਖਫਣੀ ਕਾਹਦੇ ਤੋਂ ਕਾਸ ਤੋਂ ਧਾਰਨ ਕੀਤੀ ਹੋਈ ਹੈ। ਗੁਰੂ ਮਾਇਨਾ ਤਾਏ ਬਤਾਏ ਮਹਾਰਾਜ ਜੀ ਉਸ ਖਫਣੀ ਦਾ ਮਾਇਨਾ ਦੱਸਦੇ ਨੇ ਅਰਥ ਦੱਸਦੇ ਨੇ ਸ਼ੇਖ ਸਰਫ ਨੂੰ। ਖਫਨੀ ਹੋਏ ਗਰ ਖੌਫ ਖੁਦਾਏ ਮਹਾਰਾਜ ਜੀ ਕਹਿੰਦੇ ਸ਼ੇਖ ਸ਼ਰਫ ਅਸਲ ਵਿੱਚ ਖਫਣੀ ਤਾਂ ਹੁੰਦੀ ਆ ਖੁਦਾ ਦਾ ਖੌਫ ਕਰਨਾ ਰੱਬ ਦੇ ਭਾਉ ਚ ਰਹਿਣਾ। ਇਹ ਖਫਣੀ ਪਾਈ ਦੀ ਹੈ ਸਰੀਰ ਤੇ। ਤੈਨੂੰ ਇਹ ਬਾਹਰਲੀ ਖਫਣੀ ਦਿਸਦੀ ਹੈ ਤੈਨੂੰ ਅੰਤਰੀਵੀ ਖਫਣੀ ਦੱਸਦੇ ਆ ਰੱਬ ਦੇ ਖੁਦਾ ਦੇ ਖੌਫ ਵਿੱਚ ਰਹਿਣਾ। ਇਹ ਖਫਣੀ ਗਲ ਵਿੱਚ ਪਾਣੀ ਚਾਹੀਏ। ਜੀਵਤ ਮਿਰਤਕ ਜਗਤ ਵੈ ਰਹੀਏ ਸੰਸਾਰ ਵਿੱਚ ਜਿਉਂਦਿਆਂ ਮੁਰਦਿਆਂ ਦੇ ਮਨਿੰਦ ਹੋ ਕੇ ਰਹਿਣਾ ਕਰੀਏ। ਹੱਕ ਪਛਾਨ ਸਰਬ ਸੁਖ ਲਈਏ ਔਰ ਸੱਚ ਦੀ ਪਛਾਣ ਕਰਕੇ ਸਰਬ ਸੁੱਖਾਂ ਨੂੰ ਪ੍ਰਾਪਤ ਕਰੀਏ। ਚੱਲ ਕੇ ਵਿਖੇ ਡੂਬ ਜੋ ਤਰਈ ਸ਼ੇਖ ਸਰਫ ਜਿਹੜਾ ਇੱਕ ਵਾਰੀ ਪਾਣੀ 'ਚ ਡੁੱਬ ਕੇ ਉੱਤੇ ਤਰ ਨਹੀਂ ਜਾਂਦਾ ਮੁਰਦਾ ਇੱਕ ਵਾਰੀ ਜਦੋਂ ਡੁੱਬਦਾ ਪਹਿਲਾਂ ਡੁੱਬ ਕੇ ਮਰ ਜਾਂਦਾ ਫਿਰ ਉੱਤੇ ਉਹ ਤਰ ਜਾਂਦਾ। ਕਹਿੰਦੇ ਜਿਹੜਾ ਇੱਕ ਵਾਰੀ ਡੁੱਬ ਕੇ ਤਰ ਜਾਂਦਾ ਔਰ ਨਾ ਡੂਬਨ ਕੋ ਡਰ ਕਰਈ ਉਹਨੂੰ ਫਿਰ ਮੁੜ ਕੇ ਡੁੱਬਣ ਦਾ ਡਰ ਨਹੀਂ ਰਹਿੰਦਾ ਕਿਉਂਕਿ ਮੁੜ ਕੇ ਨਹੀਂ ਡੁੱਬਦਾ। ਨਦੀ ਸਰਬ ਅਰ ਸਾਗਰ ਮਾਈ ਸਾਰੀ ਨਦੀ ਤੇ ਸਾਗਰ ਦੇ ਵਿੱਚ ਕਰਤ ਸਰਬ ਪਰ ਕਬ ਨਾ ਡੁਬਾਈ ਉਹਦੇ ਤੇ ਫਿਰ ਤਰ ਜਾਂਦਾ ਹੈ ਉਹ ਕਦੇ ਨਹੀਂ ਡੁੱਬਦਾ। ਤੈਸੇ ਮਿਰਤਕ ਭਏ ਜੋ ਜੀਵਤ ਇਸੇ ਤਰ੍ਹਾਂ ਜਿਹੜੇ ਇਹ ਸੰਸਾਰ ਵਿੱਚ ਜਿਉਂਦਿਆਂ ਜੀ ਮੁਰਦਿਆਂ ਦੇ ਮਨਿੰਦ ਹੋ ਗਏ ਨੇ ਜੀਵਤ ਭਾਵ ਕਰਕੇ ਮਰ ਗਏ ਨੇ ਜਿਹੜੇ ਜਿਉਂਦਿਆਂ ਜੀ ਆਪਣੇ ਆਪੇ ਨੂੰ ਮਾਰ ਕੇ ਮੁਰਦੇ ਹੋ ਗਏ ਨੇ। ਪੁਨ ਤਿਨ ਨੇ ਮਿਰਤਕ ਕੋ ਦੁਖ ਥੀਵਤ ਸ਼ੇਖ ਸ਼ਰਫ ਉਹ ਮੁੜ ਕੇ ਕਦੇ ਨਹੀਂ ਮਰਦੇ ਉਹ ਕਦੇ ਮੁੜ ਕੇ ਮੁਰਦੇ ਨਹੀਂ ਹੁੰਦੇ ਭਾਵ ਉਹਨਾਂ ਦਾ ਮੁੜ ਕੇ ਕਦੇ ਮਰਨਾ ਨਹੀਂ ਹੁੰਦਾ। ਸ਼ਬਦ ਮਰੋ ਫਿਰ ਜੀਵਹੁ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜਿਹੜੇ ਸਤਿਗੁਰਾਂ ਦੇ ਸ਼ਬਦ ਨਾਲ ਆਪਣੇ ਆਪੇ ਭਾਵ ਨੂੰ ਮਾਰ ਲੈਂਦੇ ਆ ਉਹ ਇਹੋ ਜਿਹਾ ਜੀਵਦੇ ਨੇ ਕਿ ਮੁੜ ਕੇ ਉਹਨਾਂ ਦਾ ਕਦੇ ਵੀ ਮਰਨ ਨਹੀਂ ਹੁੰਦਾ। ਆਪਾ ਕਬ ਨ ਜਨਾਵੋ ਕਾਕੋ ਇਹ ਸ਼ੇਖ ਸਰਫ ਗੁਰਮਤਿ ਕਹਿੰਦੀ ਹੈ ਕਿ ਕਦੇ ਆਪਣਾ ਆਪਾ ਨਹੀਂ ਜਣਾਉਣਾ। ਮੁਰਦਾ ਕਦੇ ਆਪਣਾ ਆਪਾ ਤਾਂ ਨਹੀਂ ਜਣਾਉਂਦਾ। ਕਹਿੰਦੇ ਮੁਰਦੇ ਦੇ ਮਨਿੰਦ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਗੁਰਦਾਸ ਮੁਰੀਦ ਉਹ ਹੈ ਜਿਹੜਾ ਮੁਰਦਾ ਹੋ ਜਾਏ ਕਦੇ ਆਪਣਾ ਆਪਾ ਨਾ ਜਣਾਵੇ। ਹੋਏ ਰਹੋ ਸਭ ਕੀ ਪਗ ਖਾਕੋ ਔਰ ਮੁਰਦੇ ਮਨਿੰਦ ਹੋ ਕੇ ਸਭ ਦੇ ਚਰਨਾਂ ਦੀ ਖਾਕ ਬਣ ਕੇ ਰਹਿਣਾ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਹੈ। ਬੂਝੇ ਸ਼ਰਫ
ਗੋਦੜੀ ਕੌਣ। ਸ਼ੇਖ ਸਰਫ ਫਿਰ ਬੋਲਿਆ, ਕਿਉਂਕਿ ਪਾਤਸ਼ਾਹ ਨੂੰ ਕਹਿੰਦਾ ਜੀ ਫਿਰ ਜੇ ਖੱਫਣੀ ਇਹ ਖੌਫ ਦੀ ਐ ਤੇ ਗੋਦੜੀ ਝੋਲੀ ਨਹੀਂ ਪਾਈ ਹੁੰਦੀ, ਫਕੀਰਾਂ ਨੇ ਗਲ 'ਚ ਉਹਨੂੰ ਗੋਦੜੀ ਕਹਿੰਦੇ ਆ। ਕਹਿਣ ਲੱਗਾ ਜੀ ਫਿਰ ਗੋਦੜੀ ਕਿਹੜੀ ਧਾਰਨ ਕਰੀਏ। ਕਹੋ ਕਰਮ ਬੈਰਾਗੀ ਜੋਨ। ਬੈਰਾਗੀ ਦਾ ਕੀ ਕਰਮ ਹੈ? ਪਹਿਲਾ ਸਵਾਲ ਇਹਨੇ ਕੀਤਾ ਵੀ ਗੋਦੜੀ ਕਿਹੜੀ ਧਾਰਨ ਕਰੀਏ। ਦੂਜਾ ਸਵਾਲ ਕੀਤਾ ਬੈਰਾਗੀ ਦਾ ਕਰਮ ਕੀ ਹੈ, ਜਿਹੜਾ ਬੈਰਾਗੀ ਹੁੰਦਾ ਹੈ। ਦੋਹਰਾ ਗੁਰੂ ਪੰਨਿਓ ਅਸ ਗੋਦੜੀ ਸੂਈ ਸਬੂਰੀ ਤੇ ਹੋ। ਪਾਤਸ਼ਾਹ ਕਹਿਣ ਲੱਗੇ ਸ਼ੇਖ ਸਰਫ ਸੁਣ, ਗੋਦੜੀ ਜਿਹੜੀ ਸੀਵਣ ਵਾਸਤੇ ਚਾਹੀਦੀ ਹੈ ਸੂਈ, ਸੂਈ ਨਾਲ ਗੋਦੜੀ ਸੀਵਦੇ ਆ ਨਾ। ਮਹਾਰਾਜ ਜੀ ਕਹਿੰਦੇ ਸਬਰ ਤੇ ਸੰਤੋਖ ਦੀ ਬਿਰਤੀ ਧਾਰਨ ਕਰਨੀ, ਇਹ ਹੈ ਸੂਈ। ਸਬੂਰੀ ਕਹਿੰਦੇ ਆ ਸਬਰ ਨੂੰ। ਇੱਕ ਫਕੀਰ ਵਿੱਚ ਸਭ ਤੋਂ ਪਹਿਲਾਂ ਬਿਰਤੀ ਹੋਣੀ ਚਾਹੀਦੀ ਆ ਸਬਰ ਦੀ। ਸਬੂਰੀ, ਸਬਰ ਸਬੂਰੀ। ਪਾਤਸ਼ਾਹ ਕਹਿੰਦੇ ਸਬਰ ਦੀ ਬਿਰਤੀ ਰੱਖਣੀ ਇਹ ਸੂਈ ਹੈ। ਬੁਜਰਕ ਸੰਗਤ ਤੰਤ ਲੈ ਸੀਵਨ ਮਨਨ ਕਰੇ ਹੋ। ਬੁਜਰਕ ਸੰਗਤ, ਬੁਜਰਕ ਦਾ ਮਤਲਬ ਬਜ਼ੁਰਗਾਂ ਦੀ ਸੰਗਤ। ਬਜ਼ੁਰਗ ਕੌਣ ਨੇ? ਬਜ਼ੁਰਗ ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਜਿਨ੍ਹਾਂ ਦੀ ਵੱਡੀ ਉਮਰ ਉਹ ਬਜ਼ੁਰਗ, ਪਰ ਪਾਤਸ਼ਾਹ ਇੱਥੇ ਬਜ਼ੁਰਗ ਕਹਿ ਰਹੇ ਨੇ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਕਲਾ ਹੈ, ਉਹ ਬਜ਼ੁਰਗ ਨੇ। ਉਹ ਭਾਵੇਂ 7 ਸਾਲ ਦਾ ਬੱਚਾ ਹੋਵੇ, 9 ਸਾਲ ਦਾ ਹੋਵੇ, ਉਹ ਬਜ਼ੁਰਗ ਹੈ। ਪਾਤਸ਼ਾਹ ਕਹਿੰਦੇ ਬਜ਼ੁਰਗਾਂ ਦੀ ਸੰਗਤ ਕਰਨੀ, ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਨੀ, ਇਹ ਹੈ ਧਾਗਾ। ਸਤਿਪੁਰਸ਼ਾਂ ਦੀ ਸੰਗਤ ਕਰਨੀ ਇਹ ਧਾਗਾ। ਸੇਵਨ ਮਨਨ ਕਰੇ ਹੋ। ਉਹਨਾਂ ਬਜ਼ੁਰਗਾਂ ਨੇ ਜਿਹੜੀ ਗੱਲ ਕਹੀ ਉਹਨੂੰ ਮੰਨਣਾ ਹਿਰਦੇ 'ਚ, ਕਹਿੰਦੇ ਇਹਨੂੰ ਸੀਵਣ ਦੇ ਬਰਾਬਰ ਹੈ। ਮਨਨ ਕਰਨਾ, ਇਹ ਸੀਵਣਾ ਹੈ ਇਸ ਗੋਦੜੀ ਨੂੰ। ਚੋਪਈ ਮਾਨ ਖੋਏ ਗਰ ਪਾਵੋ ਤਾਈ। ਹੁਣ ਗਲ 'ਚ ਕਿਵੇਂ ਪਾਉਣੀ ਆ? ਮਾਣ ਨੂੰ ਖੋਣਾ ਤੇ ਸਮਝ ਲਓ ਵੀ ਇਹ ਗਲ 'ਚ ਪਾ ਲਈ ਤੁਸੀਂ ਗੋਦੜੀ। ਮਾਣ ਗਵਾ ਦੇਣਾ ਹਿਰਦੇ 'ਚੋਂ। ਮਾਣ ਦਾ ਤਿਆਗ ਕਰਕੇ ਇਸ ਗੋਦੜੀ ਨੂੰ ਗਲ 'ਚ ਪਹਿਨੀਦਾ ਸ਼ੇਖ ਸਰਫ ਜੀ। ਜਮ ਸਰਦੀ ਡਰ ਹੋਵਤ ਨਾਈ। ਜਦੋਂ ਇਹ ਗੋਦੜੀ ਗਲ 'ਚ ਪਾ ਲਈਏ ਨਾ ਖੱਫਣੀ ਜੀ ਬਣਾ ਕੇ ਉੱਤੇ, ਫਿਰ ਇਹ ਜੰਮਾਂ ਦੀ ਜਿਹੜੀ ਸਰਦੀ ਹੈ ਠੰਡ ਉਹ ਨਹੀਂ ਵਿਆਪਦੀ। ਹੋਏ ਬੇਐਬ ਬਿਰਾਗੀ ਸੋਏ। ਫਿਰ ਇਹਨੇ ਪੁੱਛਿਆ ਜੀ ਬੈਰਾਗੀ ਕਿਵੇਂ ਹੋਈਦਾ, ਬੈਰਾਗੀ ਦਾ ਕਰਮ ਕੀ ਹੈ? ਪਾਤਸ਼ਾਹ ਕਹਿੰਦੇ ਬੇਐਬ ਹੋ ਜਾਣਾ, ਸਾਰਿਆਂ ਐਬਾਂ ਤੋਂ ਰਹਿਤ ਹੋ ਜਾਣਾ, ਕੋਈ ਐਬ ਨਾ ਰਹਿਣਾ, ਸਾਰੇ ਐਬਾਂ ਤੋਂ ਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਇਹ ਹੈ ਬੈਰਾਗੀ ਦਾ ਕਰਮ। ਬੈਰਾਗੀ ਉਹ ਜਿਹਨੂੰ ਕੋਈ ਐਬ ਨਾ ਹੋਵੇ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਸੌਣ ਦਾ, ਨਾ ਬੋਲਣ ਦਾ। ਬੇਐਬ, ਆਪਣੇ ਹੀ ਰੰਗ ਵਿੱਚ ਆਪਣੀ ਮਸਤੀ 'ਚ ਰਹੇ। ਕੋਈ ਐਬ ਕਾਮ ਦਾ, ਕ੍ਰੋਧ ਦਾ, ਈਰਖਾ ਦਾ, ਬਖੀਲੀ ਦਾ, ਇਹ ਸਾਰੇ ਐਬ ਹੀ ਨੇ। ਮਾੜੀਆਂ ਭੈੜੀਆਂ ਬਿਰਤੀਆਂ ਜਿੰਨੀਆਂ ਇਹ ਸਾਰੇ ਮਾੜੇ ਐਬ ਨੇ। ਪਾਤਸ਼ਾਹ ਕਹਿੰਦੇ ਐਬਾਂ ਤੋਂ ਬੇਰਹਿਤ ਹੋ ਜਾਣਾ, ਬੇਐਬ, ਐਬਾਂ ਤੋਂ ਬੇਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਇਹੀ ਬੈਰਾਗੀ ਦਾ ਕਰਮ ਹੈ। ਮਾਇਆ ਮੋਹ ਲਗੇ ਨੇ ਕੋਏ। ਮਾਇਆ ਦਾ ਮੋਹ ਨਾ ਲੱਗੇ, ਮਾਇਆ ਦੀ ਮਮਤਾ ਹਿਰਦੇ ਵਿੱਚ ਨਾ ਲੱਗੇ। ਏਕ ਖੁਦਾਏ ਸਬਨ ਮੈਂ ਜਾਣੇ। ਬੈਰਾਗੀ ਉਹ ਹੈ ਜਿਹੜਾ ਇੱਕੋ ਖੁਦਾ ਨੂੰ ਸਾਰਿਆਂ 'ਚ ਵਿਆਪਕ ਜਾਣੇ, ਕਿ ਇੱਕੋ ਖੁਦਾ ਦਾ ਨੂਰ ਸਰਬ ਥਾਈਂ ਵਿਆਪਕ ਹੈ। ਹਿਰਦੈ ਵਿਕਾਰ ਨ ਕਬਹੁ ਆਨੇ। ਆਪਣੇ ਹਿਰਦੇ 'ਚ ਕਦੇ ਵਿਕਾਰ ਨਾ ਆਵਣ ਦੇਵੇ, ਕਦੇ ਵੀ ਵਿਕਾਰ ਦਾ ਫੁਰਨਾ ਵੀ ਪੈਦਾ ਨਾ ਹੋਣ ਦੇਵੇ। ਬੰਧਨ ਤਜ ਅਬੰਧ ਜੋ ਰਹੇ। ਜਿਹੜਾ ਬੰਧਨਾਂ ਦਾ ਤਿਆਗ ਕਰਕੇ ਬੰਧਨਾਂ ਤੋਂ ਰਹਿਤ ਹੋ ਕੇ ਰਹਿੰਦਾ ਹੈ, ਤੈਂ ਕੋ ਸੰਤ ਬੈਰਾਗੀ ਕਹੇ। ਉਹਨੂੰ ਬੈਰਾਗੀ ਸੰਤ ਕਿਹਾ ਜਾਂਦਾ। ਉਹ ਹੈ ਬੈਰਾਗੀ ਸੰਤ। ਸੁਨ ਕੇ ਸ਼ਰਫ ਭਇਓ ਮਨ ਦੀਨ। ਸ਼ੇਖ ਸ਼ਰਫ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣਦਿਆਂ ਸਾਰ ਦੀਨ ਹੋ ਗਿਆ। ਪਗ ਸਿਰ ਤਰਨਾ ਉਠਾਵਨ ਕੀਨ। ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਦਾ ਤੇ ਉਠਾਂਦਾ ਨਹੀਂ। ਹੁਣ
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚੁੱਕਦਾ ਨਹੀਂ। ਕਹੇ ਕੇ ਭਇਓ ਮੁਰੀਦ ਤੁਮਾਰਾ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਮੁਰੀਦ, ਮੈਂ ਤੁਹਾਡਾ ਅੱਜ ਤੋਂ ਬਾਅਦ ਮੁਰੀਦ ਤੇ ਸੇਵਕ ਹਾਂ। ਹੋਏ ਪੀਰਨ ਸਿਰ ਪੀਰ ਉਧਾਰਾ। ਮਹਾਰਾਜ ਤੁਸੀਂ ਮੇਰੇ ਪੀਰਾਂ ਦੇ ਪੀਰ, ਸ਼੍ਰੋਮਣੀ ਉਦਾਰ ਪੀਰ ਹੋ। ਤੁਮ ਸਮ ਸਾਹਿਬ ਔਰ ਨ ਪਾਵੇਂ। ਮਹਾਰਾਜ ਤੁਹਾਡੇ ਸਮ ਸਾਹਿਬ ਮੈਨੂੰ ਕੋਈ ਹੋਰ ਨਹੀਂ ਪ੍ਰਾਪਤ ਹੁੰਦਾ। ਜਗਤ ਸਰਬ ਜੇ ਖੋਜਨ ਜਾਵੇਂ। ਮੈਂ ਸਾਰਾ ਸੰਸਾਰ ਲੱਭ ਲਵਾਂ, ਭਾਲ ਲਵਾਂ ਚਾਹੇ। ਗੁਰ ਨਿਜ ਕਰ ਸੋ ਸੀਸੇ ਉਠਾਵਾ। ਇਹ ਚਰਨਾਂ ਤੇ ਸਿਰ ਧਰਿਆ, ਨਾਲੇ ਉਹ ਬੇਨਤੀਆਂ ਕਰਦਾ ਹੈ। ਸਤਿਗੁਰੂ ਜੀ ਨੇ ਆਪ ਸਿਰ ਤੇ ਹੱਥ ਧਰ ਕੇ ਸ਼ੇਖ ਸ਼ਰਫ ਨੂੰ ਆਪਣੇ ਚਰਨਾਂ ਤੋਂ ਉਠਾਇਆ। ਕਯੋ ਹਿਰਦੇ ਤੇ ਤਜੀਏ ਦਾਵਾ। ਬਾਦਸ਼ਾਹ ਕਹਿਣ ਲੱਗੇ ਸ਼ੇਖ ਸ਼ਰਫ ਅੱਜ ਤੋਂ ਬਾਅਦ ਹਿਰਦੇ ਚੋਂ ਦਾਵਾ ਛੱਡ ਦੇ। ਸਤਨਾਮ ਸਿਮਰੋ ਲਿਵ ਲਾਏ। ਸੱਚੇ ਨਾਮ ਦਾ ਸਿਮਰਨ ਕਰਨਾ ਲਿਵ ਲਾ ਕੇ। ਦੇਖੇ ਕਰੁਣਾ ਦ੍ਰਿਸ਼ਟ ਖੁਦਾਏ। ਜਦੋਂ ਸਿਮਰਨ ਕਰੇਗਾ ਖੁਦਾ ਤੇਰੇ ਤੇ ਦ੍ਰਿਸ਼ਟੀ ਕਰਕੇ ਵੇਖੇਗਾ। ਛੋਇਓ ਗੁਰ ਕਰ ਸੋ ਸਿਰ ਜਬਈ। ਜਦੋਂ ਮਹਾਰਾਜ ਜੀ ਨੇ ਆਪਣਾ ਹੱਥ ਇਹਦੇ ਸੀਸ ਨਾਲ ਛੁਆਇਆ, ਜਗੀ ਨਾਮ ਲਿਵ ਮਨ ਮੈਂ ਤਬਈ। ਸ਼ੇਖ ਸ਼ਰਫ ਦੇ ਹਿਰਦੇ ਚ ਉਸੇ ਵੇਲੇ ਨਾਮ ਦੀ ਲਿਵ ਲੱਗ ਗਈ। ਗੁਰ ਕਹੀਂ ਤੁਮ ਅਬ ਸਦਨ ਸਿਧਾਰੋ। ਸਤਿਗੁਰੂ ਜੀ ਕਹਿੰਦੇ ਸ਼ੇਖ ਸ਼ਰਫ ਜੀ ਜਾਓ ਹੁਣ ਆਪਣੇ ਘਰ ਨੂੰ। ਹਿਰਦੇ ਖੁਦਾਏ ਸਦੀਵ ਸਮਾਰੋ। ਹਿਰਦੇ ਚ ਸਦਾ ਖੁਦਾ ਨੂੰ ਚੇਤੇ ਰੱਖਣਾ ਹੈ। ਸ਼ੇਖ ਜੋਰ ਕਰ ਬਚਨੀ ਉਚਾਰਾ। ਸ਼ੇਖ ਸ਼ਰਫ ਨੇ ਹੱਥ ਜੋੜ ਕੇ ਬੇਨਤੀ ਕੀਤੀ, ਔਰ ਦਿਓਗੇ ਕਬੇ ਦੀਦਾਰਾ। ਮਹਾਰਾਜ ਜੀ ਮੁੜ ਕੇ ਕਦੋਂ ਦਰਸ਼ਨ ਹੋਣਗੇ? ਹਿਰਦੇ ਯਾਦ ਰਾਖੋ ਯੁਤ ਪ੍ਰੀਤੀ। ਮਹਾਰਾਜ ਜੀ ਮੈਂ ਤੁਹਾਨੂੰ ਆਪਣੇ ਹਿਰਦੇ ਚ ਪ੍ਰੇਮ ਸਹਿਤ ਯਾਦ ਰੱਖਾਂਗਾ। ਅਬ ਦੀਦਾਰ ਸਮਝੋ ਇਸ ਰੀਤੀ। ਮਹਾਰਾਜ ਜੀ ਕਹਿਣ ਲੱਗੇ ਸ਼ੇਖ ਸ਼ਰਫ ਆਪਣੇ ਹਿਰਦੇ ਚ ਪ੍ਰੇਮ ਸਹਿਤ ਜਦੋਂ ਯਾਦ ਕਰੇਗਾ ਉਦੋਂ ਹੀ ਸਾਡੇ ਦਰਸ਼ਨ ਹੋਣਗੇ। ਜੋ ਤੇਰੇ ਚਿਤ ਹੋਵੇ ਬਹੁ ਚਾਈ। ਜੇ ਤੇਰੇ ਮਨ ਚ ਬਹੁਤੀ ਚਾਹਨਾ ਹੋਵੇ ਸਾਡੇ ਦਰਸ਼ਨਾਂ ਦੀ, ਸਹਿਜਾਦਾ ਹੈ ਖੁਰਮੇ ਮਾਈ। ਤੇ ਸਾਡਾ ਸੇਵਕ ਭਾਈ ਸਜਾਦਾ ਇੱਥੇ ਨੇੜੇ ਖੁਰਮੇ ਨਗਰ ਚ ਰਹਿੰਦਾ ਹੈ। ਮਰਦਾਨੇ ਕੋ ਸੁਤ ਯੁਤ ਗਿਆਨਾ। ਉਹ ਸਾਡੇ ਸੇਵਕ ਭਾਈ ਮਰਦਾਨੇ ਦਾ ਗਿਆਨਵਾਨ ਸੁਪੁੱਤਰ ਹੈ। ਤੈਂ ਕੋ ਦਰਸੋ ਜਾਏ ਸੁਜਾਨਾ। ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਈ, ਉਹਨਾਂ ਦੇ ਦਰਸ਼ਨਾਂ ਚੋਂ ਤੈਨੂੰ ਮੇਰੇ ਦਰਸ਼ਨ ਹੋ ਜਾਣਗੇ। ਜੈਸੋ ਦਰਸ ਹਮਾਰੋ ਕੀਨੋ। ਜਿਵੇਂ ਸਾਡੇ ਦਰਸ਼ਨ ਕੀਤੇ ਹਨ ਤੈਂ, ਐਸੇ ਫਲ ਤੈਂ ਕੋ ਤੁਮ ਚੀਨੋ। ਵੈਸਾ ਫਲ ਉਹਦੇ ਦਰਸ਼ਨਾਂ ਚੋਂ ਤੈਨੂੰ ਪ੍ਰਾਪਤ ਹੋ ਜਾਏਗਾ, ਕਿਉਂਕਿ ਸੇਵਕ ਤੇ ਸਾਹਿਬ ਦੋਨੋਂ ਹੀ ਇੱਕ ਰੂਪ ਹੋ ਗਏ ਹਾਂ। ਸੁਨ ਆਇਸ ਗੁਰ ਕੀ ਸਿਰ ਧਰ ਕੇ। ਸਤਿਗੁਰਾਂ ਦੀ ਆਗਿਆ ਸੁਣ ਕੇ ਨੇ ਸਿਰ ਮੱਥੇ ਪ੍ਰਵਾਨ ਕੀਤੀ। ਕਮਨਿਓ ਸਦਨ ਪਾਓ ਬੋ ਕਰਕੇ। ਪ੍ਰੇਮ ਸਹਿਤ ਆਪਣੇ ਘਰ ਚਲਾ ਗਿਆ। ਚਲਨ ਤਿਆਰ ਆਪ ਭੇਜਬਈ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੱਲਣ ਦੀ ਤਿਆਰੀ ਕੀਤੀ। ਯਾਰ ਵਲੀ ਬੰਦੇ ਪਦ ਤਬਈ। ਯਾਰ ਵਲੀ ਨੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਯਾਰ ਵਲੀ ਨੂੰ ਧੀਰਜ ਦੇ ਕੇ ਇਹਦੇ ਕੋਲੋਂ ਵਿਦਾ ਹੋਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ
ਅਗਨਾਸ हे पूरन हे सर्ब मैं ਸੁਖ ਪੰਜਨ ਗੁਣ ਤਾਸ हे संगी हे निरंकार ਨਿਰਗੁਣ ਸਭ ਟੇਕ हे गोबिंद हे गुण निधान ਜਾਕੇ ਸਦਾ ਬਬੇਕ हे अपरंपर हर हरे ਐ ਪੀਓ ਅਣਹਾਰ हे संतः कै सदा संग ਧਾਰਾ ਆਧਾਰ हे ठाकुर हो दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਲੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰਨ ਆਰ वाहिगुरु नाम जहाज है ਲੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰਨ ਆਰ वाहिगुरु जी का खालसा वाहिगुरु जी की फतेह। ਵਾਹਿਗੁਰੂ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ। तुम करो दया मेरे साईं,
ऐसी मत दीजे मेरे ठाकुर, सदा सदा तुद त्याई, ज्ञान ध्यान किछ कर्म न जाना, सार न जाना तेरी, सब ते वड्डा सतगुर नानक, जिन कल राखी मेरी। सिमर 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 नाम जीवा, तन मन होए निहाला, चरण कमल तेरे तोए तोए पीवा। मेरे सतगुर दीन दयाला, कुर्बान जाई उस वेला सुहावी, जित तू मेरे द्वारे आया, नानक को प्रभ पे कृपाला। सतगुर पूरा पाया, आनंद गुणी निधान, तन गुरु गरीब निवाज, गरीब निवाज, गरीब निवाज। उस्तत कहन न जाए तुम्हारी, उस्तत कहन न जाए तुम्हारी, उस्तत कहन न जाए तुम्हारी। उस्तत कहन न जाए तुम्हारी, उस्तत कहन न जाए तुम्हारी। कौन कहे तुम कद का, कौन कहे तुम कद का, कौन कहे तुम कद का। कौन कहे तुम कद का, उस्तत कहन न जाए तुम्हारी, उस्तत कहन न जाए तुम्हारी, उस्तत कहन न जाए तुम्हारी। निर्गुण राख लिया, निर्गुण राख लिया, संतन का सदका। संतन का सदका, सतगुर टाक लिया, सतगुर टाक लिया। मोहे पापी पर्दा, उस्तत कहन न जाए तुम्हारी, उस्तत कहन न जाए तुम्हारी। कौन कहे तुम कद का, कौन कहे तुम कद का।
उस्तत कहन न जाए तुम्हारी, उस्तत कहन न जाए तुम्हारी, उस्तत कहन न जाए तुम्हारी। ताकन हारे प्रभु हमारे, ताकन हारे प्रभु हमारे।